ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ FYI ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। BC ਦੇ ਵਿੱਚ ਹਰ ਰੋਜ਼ ਅਨਾਉਂਸਮੈਂਟ ਨਵੀਆਂ ਆ ਰਹੀਆਂ ਨੇ, ਅਪਡੇਟ ਹੋ ਰਹੀਆਂ ਨੇ। ਕੱਲੇ BC ਦੇ ਵਿੱਚ ਹੀ ਨਹੀਂ, ਪੂਰੇ ਕੈਨੇਡਾ ਦੇ ਵਿੱਚ ਹੀ ਇਹ ਅਨਾਉਂਸਮੈਂਟਸ ਕੀਤੀਆਂ ਜਾ ਰਹੀਆਂ ਨੇ, ਫੰਡਿੰਗ ਰਿਲੀਜ਼ ਕੀਤੀਆਂ ਜਾ ਰਹੀਆਂ ਨੇ ਕੋਵਿਡ-19 ਪੈਂਡੈਮਿਕ ਨੂੰ ਲੈ ਕੇ। ਕੀ ਅਨਾਉਂਸਮੈਂਟਸ ਨੇ, ਉਹਨਾਂ ਬਾਰੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਅਪਡੇਟਸ ਪਹੁੰਚਾਈਆਂ ਜਾਣ। ਕਿ ਹੁਣ ਬਿਜ਼ਨਸ ਰੀਓਪਨ ਹੋ ਰਹੇ ਨੇ, ਇਕੋਨਮੀ ਨੂੰ ਰੀਓਪਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ-ਨਾਲ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਅਸੀਂ ਸੈਕਿੰਡ ਵੇਵ ਜਿਹੜੀ ਕਰੋਨਾ ਵਾਇਰਸ ਦੀ, ਉਹਨੂੰ ਆਉਣ ਤੋਂ ਕਿਵੇਂ ਬਚਾ ਸਕਦੇ ਹਾਂ, ਅਸੀਂ ਗਾਈਡਲਾਈਨਸ ਨੂੰ ਕਿਵੇਂ ਫੋਲੋ ਕਰ ਸਕਦੇ ਹਾਂ। ਨਿਤ ਪ੍ਰਤੀ ਦਿਨ ਸਾਡੇ ਕੋਲ ਨਵੀਆਂ ਗਾਈਡਲਾਈਨਸ ਵੀ ਆ ਰਹੀਆਂ ਨੇ। ਸੋ BC ਦੇ ਵਿੱਚ ਕੀ ਕੁਝ ਹੋ ਰਿਹਾ, ਇਸ ਦੀ ਜਾਣਕਾਰੀ ਦੇ ਲਈ ਹਰੇਕ ਹਫਤੇ ਮੇਰੇ ਨਾਲ MLA ਮਿਸਟਰ ਜਗਰੂਪ ਬਰਾੜ ਜੁੜਦੇ ਨੇ, ਜੋ ਸਾਨੂੰ ਅਪਡੇਟਸ ਦੱਸਦੇ ਨੇ। ਤੇ ਅੱਜ ਵੀ ਸਾਡੇ ਨਾਲ ਉਹ ਸਕਾਈਪ ਦੇ ਥਰੂ ਗੱਲਬਾਤ ਕਰ ਰਹੇ ਨੇ। ਵਰਚੁਅਲ ਹਮੇਸ਼ਾ ਸਾਨੂੰ ਇੰਟਰਵਿਊਜ਼ ਦੇ ਵਿੱਚ ਦੱਸਦੇ ਨੇ ਕਿ ਕੀ ਕੁਝ BC ਦੇ ਵਿੱਚ ਹੋ ਰਿਹਾ, ਤੇ ਅੱਜ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਪੁੱਛਦੇ ਹਾਂ ਇਸ ਹਫਤੇ ਕੀ ਅਪਡੇਟਸ ਆਈਆਂ ਨੇ। ਸੋ ਮਿਸਟਰ ਬਰਾੜ, ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ। ਅਰਸ਼ਦੀਪ, ਤੁਹਾਡਾ ਤੇ ਤੁਹਾਡੇ ਜਿਹੜੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਿਲਕੁਲ ਜੀ। ਸੋ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਹਰ ਹਫਤੇ ਨਵੀਆਂ ਅਨਾਉਂਸਮੈਂਟਸ ਆ ਰਹੀਆਂ ਨੇ, ਨਵੀਆਂ ਫੰਡਿੰਗ ਰਿਲੀਜ਼ ਕੀਤੀਆਂ ਜਾ ਰਹੀਆਂ ਨੇ। ਕੁਝ ਨਾ ਕੁਝ ਨਵਾਂ ਜਿਹੜਾ ਉਹ ਸਾਹਮਣੇ ਆ ਰਿਹਾ, ਕਿਉਂਕਿ ਅਸੀਂ ਰੀਓਪਨ ਕਰਨ ਜਾ ਰਹੇ ਹਾਂ ਆਪਣੀ ਇਕੋਨਮੀ ਨੂੰ। ਅਸੀਂ ਆਲਰੇਡੀ ਦੂਜੇ ਪੜਾਅ ਦੇ ਵਿੱਚ, ਦੂਜੇ ਫੇਜ਼ ਦੇ ਵਿੱਚ ਹੈਗੇ ਹਾਂ। ਸੋ ਅਸੀਂ ਬਹੁਤ ਵਧੀਆ ਕਰ ਰਹੇ ਹਾਂ ਦੂਜੀਆਂ ਪ੍ਰੋਵਿੰਸਸ ਦੇ ਨਾਲੋਂ, ਜੋ ਕਿ ਇੱਕ ਬਹੁਤ ਵਧੀਆ ਗੱਲ ਹੈਗੀ ਹੈ। ਸੋ ਹੁਣ ਜੇ ਤੁਹਾਡੀ ਪਹਿਲਾਂ ਕੌਂਸਟੀਚੁਐਂਸੀ ਦੀ ਗੱਲ ਕਰ ਲਈਏ ਕਿ MLA ਹੈਗੇ ਆ ਤੁਸੀਂ, ਤੇ ਤੁਹਾਡੇ ਤੱਕ ਕਿਹੜੇ ਲੋਕਾਂ ਦੇ ਕੁਐਸਚਨ ਆਉਂਦੇ ਨੇ, ਕਿਵੇਂ ਤੁਸੀਂ ਉਹਨਾਂ ਨੂੰ ਡੀਲ ਕਰਦੇ ਹੋ? ਹਾਂਜੀ, ਬੜੀ ਚੰਗੀ ਗੱਲ ਹੈ ਜੀ ਕਿ ਅਸੀਂ ਜਿਹੜੀ ਸੈਕੰਡ ਫੇਜ਼ ਹੈ ਉਹ ਇਸ ਹਫਤੇ ਸ਼ੁਰੂ ਕੀਤੀ ਹੈ। 18 ਤਰੀਕ ਤੋਂ ਲੈ ਕੇ 2-3 ਦਿਨ ਹੋ ਚੁੱਕੇ ਆ। ਹੁਣ ਤੱਕ ਦੀਆਂ ਖਬਰਾਂ ਜਿਹੜੀਆਂ ਹੈਗੀਆਂ ਬੜੀਆਂ ਇਨਕਰੇਜਿੰਗ ਖਬਰਾਂ ਹੈਗੀਆਂ ਜੀ ਕਿ ਹੌਲੀ ਹੌਲੀ ਜਿਹੜੀ ਇਕੋਨਮੀ ਹੈ ਬੜੀ ਸੇਫਲੀ ਜਿਹੜੀ ਉਹ ਰੀਓਪਨ ਹੋ ਰਹੀ ਹੈ। ਬਹੁਤ ਸਾਰੇ ਬਿਜ਼ਨਸ ਇਹਦੇ ਵਿੱਚ ਜਿਹੜੀ ਫੇਜ਼ 2 ਦੇ ਵਿੱਚ ਹੀ ਜਿਹੜੇ ਰੀਟੇਲ ਬਿਜ਼ਨਸ ਖੁੱਲ ਰਹੇ ਹੈ ਜੀ, ਉਹਦੇ 'ਚ ਜਿਹੜੀਆਂ ਸਰਜਰੀ ਹੋ ਰਹੀਆਂ ਸੀ ਲੋਕਾਂ ਦੀ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ, ਔਰ ਰੈਸਟੋਰੈਂਟ, ਬਾਰਬਰ ਸ਼ਾਪ ਤੇ ਡੈਂਟਿਸਟ ਵਗੈਰਾ ਸਾਰੇ ਆਪਣੇ ਦੁਆਰਾ ਉਹ ਬਿਜ਼ਨਸ ਸ਼ੁਰੂ ਕਰਨ ਜਾ ਰਹੇ ਜੀ। ਇਹਦੇ ਵਿੱਚ ਜਿਹੜੇ ਸਵਾਲ ਆ ਰਹੇ ਜੀ, ਇੱਕ ਸਵਾਲ ਮੇਰੇ ਕੋਲ ਬੜਾ ਇੰਪੋਰਟੈਂਟ ਜਿਹੜਾ ਸਵਾਲ ਆਇਆ ਜੀ, ਉਹਦੇ ਬਾਰੇ ਮੈਂ ਜ਼ਿਕਰ ਕਰਨਾ ਚਾਹੁੰਦਾ ਤੁਹਾਡੇ ਨਾਲ ਕਿ ਹੁਣ ਜਿਵੇਂ ਜਿਵੇਂ ਰੀਓਪਨ ਹੋਣਾ, ਲੋਕਾਂ ਨੇ ਆਪਣੇ ਹਾਲਾਤ ਦੇ ਮੁਤਾਬਕ ਨਵੇਂ ਸਵਾਲ ਸਾਡੇ ਸਾਹਮਣੇ ਪੇਸ਼ ਕਰਨੇ ਆ। ਇੱਕ ਸਵਾਲ ਇਹ ਆਇਆ ਕਿ ਕਈ ਲੋਕ ਐਸੇ ਨੇ ਵਰਕਰ ਜਿਨ੍ਹਾਂ ਦਾ ਜਿਹੜਾ ਇਮਿਊਨ ਸਿਸਟਮ ਹੈ ਉਹ ਕੰਪਰੋਮਾਈਜ਼ਡ ਹੈ, ਉਹਨਾਂ ਨੂੰ ਹੋਰ ਬਿਮਾਰੀਆਂ ਨੇ, ਉਹ ਕੰਪਰੋਮਾਈਜ਼ ਆ, ਉਹ ਕੰਮ ਤੇ ਵਾਪਸ ਜਾਣਾ ਚਾਹੁੰਦੇ ਆ ਪਰ ਡਰਦੇ ਆ ਵੀ ਜੇ ਕੰਮ ਤੇ ਗਏ ਸਾਨੂੰ ਕਿਤੇ ਕੋਵਿਡ-19 ਉਹ ਨਾ ਹੋ ਜਾਵੇ। ਉਹਨਾਂ ਨੂੰ ਜਿਹੜੇ ਕੁਝ EMPLOYERS ਵੱਲੋਂ ਚਿੱਠੀਆਂ ਆਈਆਂ ਕਿ ਤਰੀਕ ਤੱਕ ਪਹੁੰਚੋ, ਜੇ ਨਹੀਂ ਪਹੁੰਚਦੇ ਤਾਂ ਤੁਸੀਂ ਆਪਣਾ ਜਿਹੜਾ ਅਸਤੀਫਾ ਉਹ ਸਾਨੂੰ ਦਿਓ। ਉਸ ਵਾਸਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੋਨੇ ਪਾਸੇ ਤੋਂ ਚੰਗੇ EMPLOYER ਵੀ ਨੇ, ਚੰਗੇ EMPLOYEES ਵੀ ਨੇ, ਪਰ ਇਸ ਵੇਲੇ ਇੰਨੀ ਇਨਫੋਰਮੇਸ਼ਨ ਹੈਗੀ ਹੈ ਜਿਹਦੇ ਬਾਰੇ ਲੋਕਾਂ ਨੂੰ, ਨਾ EMPLOYER ਨੂੰ ਨਾ ਦੂਜੇ ਪਾਸੇ, ਸਾਰੀ ਇਨਫੋਰਮੇਸ਼ਨ ਜਾਣਕਾਰੀ ਲੈਣੀ ਬਹੁਤ ਔਖੀ ਹੈ ਕਿਉਂਕਿ ਇਨਫੋਰਮੇਸ਼ਨ ਬਹੁਤ ਜ਼ਿਆਦਾ। ਉਸ ਕਰਕੇ ਉਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ WorkSafe BC ਹੈਗਾ ਉਹਨਾਂ ਨੂੰ ਸੰਪਰਕ ਕੀਤਾ ਜਾਵੇ ਤਾਂ ਕਿ ਉੱਥੋਂ ਸੰਪਰਕ ਕਰਕੇ ਉਹ ਤੁਹਾਨੂੰ ਠੀਕ ਜਿਹੜੀ ਹੈਗੀ ਡਾਇਰੈਕਸ਼ਨ ਦੇ ਸਕਦੇ ਆ ਕਿ ਵੀ ਤੁਸੀਂ EMPLOYEE ਨੂੰ ਵੀ ਤੇ EMPLOYER ਨੂੰ ਵੀ ਕਿਵੇਂ ਸੇਫਲੀ ਦੁਬਾਰਾ ਓਪਨ ਕਰ ਸਕਦੇ ਹੋ, ਕਿਵੇਂ ਸੇਫਲੀ ਆਪਣੇ EMPLOYEE ਨੂੰ ਰੱਖ ਸਕਦੇ। ਬਿਲਕੁਲ, ਕਿਉਂਕਿ BC ਜਿਵੇਂ ਓਪਨ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਬਿਜ਼ਨਸ ਓਪਨ ਹੋ ਰਹੇ ਨੇ, WorkSafe BC ਦੇ ਨਾਲ ਕੰਮ ਕਰ ਰਹੇ ਨੇ, ਲੋਕਾਂ ਦੇ ਵਿੱਚ ਐਂਗਜ਼ਾਇਟੀ ਵੱਧ ਰਹੀ ਹੈ, ਐਂਗਜ਼ਾਇਟੀ ਲੈਵਲ ਵੱਧ ਰਿਹਾ ਕਿ ਅਸੀਂ ਕੰਮ ਤੇ ਜਾਈਏ ਜਾਂ ਨਾ ਜਾਈਏ, ਘਰੋਂ ਬਾਹਰ ਜਾਣਾ ਸਾਡੇ ਲਈ ਕਿੰਨਾ ਸੇਫ ਹੈਗਾ, ਕਿੰਨਾ ਨਹੀਂ ਸੇਫ। ਸੋ ਇਹਦੇ ਲਈ ਵੀ ਜੋ ਸਰਕਾਰ ਕੋਈ ਕੰਮ ਕਰ ਰਹੀ ਹੈਗੀ ਹੈ, ਉਹਦੇ ਲਈ ਸਰਕਾਰ ਨੇ ਕੰਮ ਇਹ ਕੀਤਾ ਜੀ ਕਿ ਜਿਹੜਾ ਫੇਜ਼ 2 ਹੈ ਜਿਹੜੀ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਮੁਕੰਮਲ ਤੌਰ ਦੇ ਉੱਤੇ ਜਿਹੜੇ ਪਾਰਟਿਕੂਲਰਲੀ ਸਾਡੇ ਪ੍ਰੋਵਿੰਸ਼ੀਅਲ ਹੈਲਥ ਅਫੀਸਰ ਨੇ ਤੇ ਸਾਡੇ ਹੈਲਥ ਮਿਨਿਸਟਰ ਨੇ, ਉਹਨਾਂ ਨੇ ਇਹ ਜ਼ਰੂਰੀ ਬਣਾਇਆ ਕਿ ਜਿਹੜਾ ਵੀ ਬਿਜ਼ਨਸ ਖੋਲ੍ਹਣਾ ਉਹਦੇ ਵਾਸਤੇ ਪ੍ਰੋਪਰ ਜਿਹੜੇ ਸੇਫਟੀ ਜਿਹੜੇ ਢੰਗ ਨੇਗੇ ਉਹ ਅਪਣਾਏ ਜਾਣ। ਉਹਦੇ ਵਾਸਤੇ ਜਿਹੜੀ WorkSafe BC ਨੇ ਸੈਕਟਰ ਬਾਈ ਸੈਕਟਰ ਜਿਹੜੀਆਂ ਗਾਈਡਲਾਈਨ ਜਿਹੜੀਆਂ ਹੈਗੀਆਂ ਬਹੁਤ ਡਿਟੇਲ ਦੇ ਵਿੱਚ ਗਾਈਡਲਾਈਨਸ ਹੈਗੀਆਂ ਤਾਂ ਕਿ ਅਸੀਂ ਇਸ ਇਕੋਨਮੀ ਨੂੰ ਇਹ ਨਹੀਂ ਕਿ ਇਕੱਲਾ ਅਸੀਂ ਖੋਲ੍ਹ ਸਕੀਏ ਦੁਬਾਰਾ, ਅਸੀਂ ਖੋਲ੍ਹ ਕੇ ਲੰਮੇ ਸਮੇਂ ਤੱਕ ਇਹਨੂੰ ਜਾਰੀ ਰੱਖੀਏ ਔਰ ਸੇਫਲੀ ਜਾਰੀ ਰੱਖੀਏ। ਉਹਦੇ ਵਾਸਤੇ ਸਾਰੀਆਂ ਜਿਹੜੀਆਂ ਇੰਸਟਰਕਸ਼ਨਸ ਉਹ ਜਾਰੀ ਕੀਤੀਆਂ ਗਈਆਂ ਜੀ, ਔਰ ਉਹਦੇ ਨਾਲ ਜਿਹੜੀ ਬਣਦੀ ਮਦਦ ਹੈਗੀ ਹੈ WorkSafe BC ਦਾ ਕੋਈ 300 ਦੇ ਕਰੀਬ ਸਾਡੇ ਇਸ ਵੇਲੇ ਜਿਹੜੇ ਉਹਨਾਂ ਦੇ ਆਫੀਸਰਸ ਨੇ ਜਿਹੜੇ ਸਪੋਰਟ ਕਰਨਗੇ ਸਮਾਲ ਬਿਜ਼ਨਸ ਨੂੰ ਸੇਫਲੀ ਸ਼ੁਰੂ ਕਰਨ ਵਾਸਤੇ। ਉਹਨਾਂ ਦੇ ਕੋਈ ਸਵਾਲ ਨੇ ਆ ਕੇ ਉੱਥੇ ਵੀ ਉਹ ਦੱਸ ਸਕਦੇ ਵੀ ਤੁਹਾਨੂੰ ਇਸ ਤਰੀਕੇ ਦੇ ਨਾਲ ਇਹ ਕੰਮ ਕਰਨਾ ਚਾਹੀਦਾ ਹੈ। ਕਿਉਂਕਿ ਉਹ ਮੁਕੰਮਲ ਜਿਹੜੀ ਪਬਲਿਕ ਸੇਫਟੀ ਵਾਸਤੇ ਜੀ ਹਰ ਸਟੈਪ ਉਹ ਲਿਆ ਗਿਆ ਹੈ ਜਿਹੜਾ ਪਬਲਿਕ ਦੀ ਸੇਫਟੀ ਵਾਸਤੇ ਇੰਪੋਰਟੈਂਟ ਹੋਵੇ। ਉਹ ਬਿਜ਼ਨਸ ਜਿਹੜਾ ਸੇਫ ਨਹੀਂ ਉਹਨੂੰ ਇਸ ਵੇਲੇ ਖੋਲ੍ਹਿਆ ਨਹੀਂ ਗਿਆ।
ਬਿਲਕੁਲ ਤੇ ਨਾਲ ਅਸੀਂ ਜੇ ਵਰਕ ਸੇਫ BC ਦੇ ਨਾਲ ਗਾਈਡਲਾਈਨਸ ਦੀ ਗੱਲ ਕਰ ਰਹੇ ਹਾਂ ਤੇ ਨਾਲ ਅਸੀਂ ਐਸੈਂਸ਼ੀਅਲ ਵਰਕਰਸ ਦੀ ਜੇ ਗੱਲ ਕਰੀਏ ਤਾਂ ਐਸੈਂਸ਼ੀਅਲ ਵਰਕਰਸ ਦੇ ਵਾਸਤੇ ਜੋ ਅਨਾਉਂਸਮੈਂਟ ਕੀਤੀ ਗਈ ਹੈ ਕਿ ਉਹਨਾਂ ਨੂੰ $4 ਪ੍ਰਤੀ ਆਵਰ ਜਿਹੜਾ ਹੈਗਾ ਉਹ ਵਧਾ ਦਿੱਤਾ ਗਿਆ ਹੈਗਾ 16 ਵੀਕ ਦੇ ਜਿਹੜੇ ਉਹਨਾਂ ਨੂੰ ਜਿਹੜੀ ਪੈਸੇ ਹੈਗੇ ਉਹ ਦਿੱਤੇ ਜਾਣੇ ਆ ਲੰਮਸਮ ਦਿੱਤਾ ਜਾਵੇਗਾ। ਸੋ ਲਗਭਗ ਕਿਹਾ ਜਾ ਰਿਹਾ ਕਿ 2,50,000 ਜਿਹੜੇ ਕਾਮੇ ਹੈਗੇ BC ਦੇ ਵਿੱਚ ਉਹ ਐਲੀਜੀਬਲ ਹੋਣਗੇ। ਸੋ ਕਿਹੜੇ ਵਰਕਰ ਇਹਦੇ ਵਿੱਚ ਆ ਸਕਦੇ ਆ ਜਿਨ੍ਹਾਂ ਨੂੰ ਇਹ $4 ਪ੍ਰਤੀ ਘੰਟਾ ਜਿਹੜੀ ਵੇਜ ਆ ਉਹ ਵਧਾਈ ਗਈ ਹੈ, ਇਨਕਰੀਜ਼ ਕੀਤੀ ਗਈ ਹੈ? ਜੀ ਜਿਹੜਾ COVID-19 ਪਾਰਟਿਕੂਲਰਲੀ ਜਦੋਂ ਇਹ ਸ਼ੁਰੂ ਹੋਇਆ ਨਾ ਜੀ, ਉਸ ਵੇਲੇ ਇੰਨਾ ਡਰ ਦਾ ਮਾਹੌਲ ਸੀ ਸਾਡੇ ਸੂਬੇ ਦੇ ਵਿੱਚ, ਬਲਕਿ ਧਰਤੀ ਦੇ ਉੱਤੇ, ਤਾਂ ਬਹੁਤ ਸਾਰੇ ਲੋਕ ਕਿਸੇ ਵੀ ਕੀਮਤ ਦੇ ਉੱਤੇ ਕੰਮ ਤੇ ਜਾਣਾ ਨਹੀਂ ਸੀ ਚਾਹੁੰਦੇ, ਕਿਉਂਕਿ ਇੰਨਾ ਵੱਡਾ ਉਸ ਵੇਲੇ ਡਰ ਤੇ ਫੀਅਰ ਸੀਗਾ ਲੋਕਾਂ ਦੇ ਵਿੱਚ। ਇਹ ਸਾਡੇ ਫਰੰਟ ਲਾਈਨ ਵਰਕਰ ਸੀਗੇ BC ਦੇ ਵਿੱਚ, ਉਹਨਾਂ ਦਾ ਸਤਿਕਾਰ ਕਰਨਾ ਬਣਦਾ, ਉਹਨਾਂ ਦਾ ਧੰਨਵਾਦ ਕਰਨਾ ਬਣਦਾ ਕਿ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਵੇਂ ਉਹ ਸੀਗੇ ਉਵੇਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ, ਬਲਕਿ ਕਈ ਰਿਟਾਇਰ ਜਿਹੜੇ ਬੰਦੇ ਹੋ ਚੁੱਕੇ ਸੀਗੇ ਉਹ ਵੀ ਵਾਪਸ ਆਏ। ਤੇ ਇਸ ਕਰਕੇ ਹੁਣ ਸਰਕਾਰ ਨੇ ਜਿਹੜੇ ਫਰੰਟ ਲਾਈਨ ਵਰਕਰਸ ਨੇ ਉਹਨਾਂ ਨੂੰ $4 ਜਿਹੜਾ ਪ੍ਰਤੀ ਘੰਟਾ ਉਹ ਬੋਨਸ ਦਿੱਤਾ ਜੀ, ਜਿਹੜਾ 16 ਹਫ਼ਤਿਆਂ ਵਾਸਤੇ ਹੈਗਾ। 15 ਮਾਰਚ ਤੋਂ ਸ਼ੁਰੂ ਹੋ ਕੇ 16 ਹਫ਼ਤੇ ਦਿੱਤਾ ਜਾਣਾ ਜੀ, ਔਰ ਇਹ ਲੰਮਸਮ ਇੱਕੋ ਸਮੇਂ ਦਿੱਤਾ ਜਾਣਾ, ਜੋ 2200 ਦੇ ਕਰੀਬ ਇੱਕ ਵਿਅਕਤੀ ਨੂੰ ਇਹ ਬਣਦਾ ਜੀ। ਇਹਦੇ ਵਿੱਚ ਜਿਹੜੇ ਸ਼ਾਮਲ ਲੋਕ ਨੇ ਜੀ, ਉਹਦੇ ਵਿੱਚ ਮੋਟੇ ਤੌਰ ਦੇ ਉੱਤੇ ਜਿਹੜੇ ਹੈਲਥ ਕੇਅਰ 'ਚ ਕੰਮ ਕਰਨ ਵਾਲੇ ਬੜੀ ਵੱਖਰੀ ਕਿਸਮ ਦੇ ਬੜੇ ਵੱਖਰੇ ਡਿਪਾਰਟਮੈਂਟ ਨੇ, ਉਹ ਲੋਕ ਜਿਹੜੇ ਸ਼ਾਮਲ ਨੇ। ਇਹ ਕੇਅਰ ਏਡ ਤੋਂ ਲੈ ਕੇ ਨਰਸ ਤੱਕ ਜਿਹੜੇ ਜਾਂ ਟੈਸਟ ਕਰਨ ਵਾਲੇ ਲੋਕ ਉਹ ਸ਼ਾਮਲ ਨੇ ਇਹਦੇ ਵਿੱਚ। ਇਹਦੇ ਵਿੱਚ ਕਰੈਕਸ਼ਨ ਸਰਵਿਸ ਦੇ ਵਿੱਚ ਕੰਮ ਕਰਦੇ ਜੇਲ੍ਹਾਂ ਦੇ ਵਿੱਚ, ਕਿਉਂਕਿ ਉਹਨਾਂ ਦੀ ਜੌਬ ਵੀ ਬੜੀ ਟਫ ਹੈਗੀ ਹੈ, ਉਹ ਲੋਕ ਇਹਦੇ ਵਿੱਚ ਸ਼ਾਮਲ ਨੇਗੇ। ਤੇ ਇਹਦੇ ਵਿੱਚ ਜਿਹੜੇ ਸੋਸ਼ਲ ਵਰਕਰ ਨੇ, ਜਿਹੜੇ ਸੋਸ਼ਲ ਸੈਕਟਰ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ, ਉਹ ਵੀ ਇਹਦੇ ਸ਼ਾਮਲ ਨੇ। ਮੋਟੇ ਤੌਰ ਦੇ ਉੱਤੇ ਇਹਦੇ ਵਿੱਚ ਜਿਹੜੇ ਲੋਕ ਸ਼ਾਮਲ ਨੇ ਜੀ, ਉਹ ਲੋਕ ਨੇ ਜਿਨ੍ਹਾਂ ਨੂੰ ਨੇੜਿਓਂ ਹੋ ਕੇ ਲੋਕਾਂ ਨੂੰ ਸਾਹਮਣਾ ਪੈਂਦਾ, ਨੇੜਿਓਂ ਹੋ ਕੇ ਲੋਕਾਂ ਨੂੰ ਥਾਵਾਂ ਦੇਣੀਆਂ ਪੈਂਦੀਆਂ ਜਿੱਥੇ 6 ਫੁੱਟ ਦਾ ਫਾਸਲਾ ਨਹੀਂ ਰੱਖਿਆ ਜਾ ਸਕਦਾ। ਉਹ ਲੋਕ ਨੇ ਜਿਹੜੇ ਉਹ ਜ਼ਿੰਮੇਵਾਰੀਆਂ ਨਿਭਾ ਰਹੇ ਆ, ਆਪਣੀ ਜਾਨ ਨੂੰ ਖਤਰੇ 'ਚ ਪਾ ਕੇ। ਉਹਨਾਂ ਨੂੰ ਇਹ ਦਿੱਤਾ ਗਿਆ ਜੀ। ਇਹ ਕੋਈ 2,40,000 ਦੇ ਕਰੀਬ ਲੋਕ ਨੇਗੇ, ਔਰ ਇਹ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰ ਦਾ ਸਾਂਝਾ ਪ੍ਰੋਗਰਾਮ ਹੈ। ਇਹਦੇ ਤੇ ਕਰੀਬ ਜਿਹੜਾ ਹੈਗਾ, ਮੇਰੇ ਖਿਆਲ 400 ਮਿਲੀਅਨ ਦੇ ਕਰੀਬ ਜਿਹੜਾ ਹੈਗਾ ਉਹ ਖਰਚਾ ਆਉਣਾ ਜੀ ਇਹਦੇ ਤੇ। ਪਰ ਇਹ ਖਰਚਾ ਮੇਰੀ ਸਮਝ ਮੁਤਾਬਕ ਇਹ ਵੈਲ ਸਪੈਂਟ ਮਨੀ ਹੈ ਜੀ, ਕਿਉਂਕਿ ਇਹਨਾਂ ਲੋਕਾਂ ਨੇ ਬਹੁਤ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਦੇ ਨਾਲ ਆਪਣੀ ਜਿਹੜੀ ਉਹ ਕੰਮ ਨੂੰ ਨਿਭਾਇਆ ਜੀ। ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਫੈਡਰਲ ਦਾ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਸਾਂਝਾ ਉਪਰਾਲਾ ਹੈਗਾ ਆ। ਜਿਵੇਂ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੁਆਰਾ ਫੰਡ ਰਿਲੀਜ਼ ਕੀਤੇ ਗਏ ਸੀ ਹਰੇਕ ਪ੍ਰੋਵਿੰਸ ਦੇ ਲਈ ਕਿ ਇਹ ਫੰਡਸ ਮੈਂ ਪ੍ਰੋਵਿੰਸਸ ਨੂੰ ਦੇ ਰਿਹਾ ਹੈਗਾ ਆ। ਸੋ ਪ੍ਰੋਵਿੰਸ ਆਪਣੇ ਹਿਸਾਬ ਨਾਲ ਜਿੱਥੇ ਮਰਜ਼ੀ ਵਰਤ ਸਕਦੀ ਹੈਗੀ ਆ। ਸੋ ਇੱਕ ਜਿਹੜੇ ਫੰਡ ਰਿਲੀਜ਼ ਕੀਤੇ ਗਏ ਸੀ BC ਗਵਰਨਮੈਂਟ ਦੇ ਵੱਲੋਂ $5 ਬਿਲੀਅਨ ਦਾ ਜਿਹੜਾ ਉਹਨਾਂ ਨੇ ਬਜਟ ਰੱਖਿਆ ਸੀ ਕਿ ਅਸੀਂ ਇਹ ਸਰਕਾਰ ਵੱਲੋਂ ਦਿੱਤੇ ਜਾਣੇ ਆ। ਸੋ ਇਹ ਜਿਹੜੀ ਬਜਟ ਰਿਲੀਜ਼ ਕੀਤਾ ਗਿਆ ਹੈਗਾ, ਜਿਹੜੇ ਫੰਡ ਰਿਲੀਜ਼ ਕੀਤੇ ਗਏ ਆ, ਇਹ ਫੈਡਰਲ ਗਵਰਨਮੈਂਟ ਦੀ ਬਜਟ ਵਿੱਚੋਂ ਹੈ ਕਿ BC ਸਰਕਾਰ ਦੇ ਬਜਟ ਦੇ ਵਿੱਚੋਂ? ਇਹਦੇ ਜਿਹੜਾ ਵੱਡਾ ਹਿੱਸਾ ਜੀ ਉਹ ਫੈਡਰਲ ਸਰਕਾਰ ਦਾ, ਔਰ ਇਹਦੇ ਵਿੱਚ BC ਸਰਕਾਰ ਦਾ ਵੀ ਹਿੱਸਾ ਹੈ, ਕਿਉਂਕਿ ਉਹਨਾਂ ਨੇ ਕਿਹਾ ਵੀ ਕਾਸਟ ਸ਼ੇਅਰਿੰਗ ਦੇ ਬੇਸ ਦੇ ਉੱਤੇ ਪੈਸੇ ਦਿੱਤੇ ਜਾ ਸਕਦੇ ਆ। ਤੇ ਇਹਦੇ 'ਚ ਦੋਨੇ ਸਰਕਾਰਾਂ ਦਾ ਹਿੱਸਾ ਜੀ। ਵੱਡਾ ਹਿੱਸਾ ਫੈਡਰਲ ਸਰਕਾਰ ਦਾ, ਮਿਹਰਬਾਨੀ ਹੈ ਉਹਨਾਂ ਦੀ। ਪਰ ਅਖੀਰ ਨੂੰ ਜਿਹੜੇ ਇਹ ਵਰਕਰ ਨੂੰ ਮਦਦ ਮਿਲੀ ਹੈ, ਉਹਨਾਂ ਨੂੰ ਉਤਸ਼ਾਹਤ ਮਿਲਿਆ, ਉਹਨਾਂ ਦਾ ਧੰਨਵਾਦ ਜਿਹੜਾ ਹੋਇਆ ਇਸ ਤਰੀਕੇ ਦੇ ਨਾਲ, ਉਹ ਬਹੁਤ ਚੰਗੀ ਗੱਲ ਹੈ। ਤੇ ਜਿਹੜਾ ਇਹਦੇ ਨਾਲ ਅਸੀਂ ਤਾਂ ਇਹ ਵੀ ਅਗਲੀ ਗੱਲ ਕਹਿ ਰਹੇ ਹਾਂ ਜੀ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਲੋਕ ਬੜੇ ਹੈਗੇ ਜਿਨ੍ਹਾਂ ਨੇ ਇੱਕ ਕਿਸਮ ਦਾ ਫਰੰਟ ਲਾਈਨ ਤੇ ਕੰਮ ਕਰ ਰਹੇ। ਗਰੋਸਰੀ ਸਟੋਰ ਦੇ ਉੱਤੇ ਕੰਮ ਕਰਨ ਵਾਲੇ ਲੋਕ ਮਿਸਾਲ ਦੇ ਤੌਰ ਦੇ ਉੱਤੇ, ਬੈਂਕਿੰਗ ਦੇ ਵਿੱਚ ਕੰਮ ਕਰਨ ਵਾਲੇ ਲੋਕ ਮਿਸਾਲ ਦੇ ਤੌਰ ਦੇ ਉੱਤੇ। ਉੱਥੇ ਅਸੀਂ ਉਮੀਦ ਰੱਖਦੇ ਹਾਂ ਵੀ ਜਿਹੜੇ ਚੰਗੇ EMPLOYERS ਨੇ ਉਹ ਵੀ ਆਪਣੇ ਜਿਹੜੇ EMPLOYEES ਨੂੰ ਇਸ ਸਮੇਂ ਦੇ ਵਿੱਚੋਂ ਜਿਹੜਾ ਹੈਗਾ ਉਤਸ਼ਾਹਿਤ ਕਰਨ ਵਾਸਤੇ ਕੋਈ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਵੀ ਬੋਨਸ ਜਿਹੜਾ ਉਹ ਦੇਣਗੇ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਚੰਗੇ EMPLOYER ਨੂੰ ਆਪਣੇ EMPLOYEE ਦੀ ਜਿਹੜੀ ਇਸ ਸਮੇਂ ਦੇ ਵਿੱਚ ਮਦਦ ਕਰਨੀ ਉਹ ਚਾਹੀਦੀ ਹੈ। ਬਿਲਕੁਲ, ਇਸ ਟਾਈਮ ਦੇ ਉੱਤੇ ਹਰ ਕੋਈ ਸਰਕਾਰ ਜਿਹੜੀ ਉਹ ਕੰਮ ਕਰ ਰਹੀ ਹੈਗੀ ਹੈ ਕੈਨੇਡੀਅਨਸ ਦੇ ਲਈ ਕਿ ਕੈਨੇਡਾ ਦੇ ਲੋਕ ਜਿਹੜੇ ਨੇ ਉਸ ਪੈਂਡੈਮਿਕ ਦੇ ਵਿੱਚ ਇਕੱਲੇ ਨਾ ਫੀਲ ਕਰਨ, ਇਹ ਨਾ ਫੀਲ ਕਰਨ ਕਿ ਸਾਡੇ ਕੋਲੇ ਕੰਮ ਨਹੀਂ ਹੈ। ਜੇ ਕੰਮ ਨਹੀਂ ਹੈ ਤੇ ਉਹਨਾਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ। ਟੀਮ ਕੈਨੇਡਾ ਬਣ ਕੇ ਜਿਹੜੇ ਸਾਹਮਣੇ ਆ ਰਹੇ ਨੇ। ਪਰ ਹੁਣ ਨਾਲ ਗੱਲ ਕਰੀਏ ਅਸੀਂ ਸੇਫਟੀ ਦੇ ਲਈ ਹੁਣ ਫੈਡਰਲ ਸਰਕਾਰ ਨੇ ਕੱਲ ਟੈਰੇਸਾ ਟੈਮ ਨੇ 2 ਦਿਨ ਪਹਿਲਾਂ ਦੱਸਿਆ ਕਿ ਜੋ ਮਾਸਕ ਨੇ ਉਹ ਤੁਹਾਨੂੰ ਪਾਉਣੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਤੁਹਾਨੂੰ ਪਾਉਣੇ ਚਾਹੀਦੇ ਨੇ, ਪਰ ਉਹਨਾਂ ਨੇ ਅਪ੍ਰੈਲ ਦੇ ਵਿੱਚ ਕੁਝ ਹੋਰ ਸਟੇਟਮੈਂਟ ਦਿੱਤੀ ਸੀ। ਸੋ ਹੁਣ ਮਾਸਕ ਨੂੰ ਲੈ ਕੇ ਹਰ ਪ੍ਰੋਵਿੰਸ ਕਹਿ ਰਹੀ ਹੈ ਕਿ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਹੈ ਕਿ 2 ਮੀਟਰ ਦਾ ਫਾਸਲਾ ਨਹੀਂ ਰੱਖਿਆ ਜਾ ਸਕਦਾ, ਉੱਥੇ ਤੁਸੀਂ ਜ਼ਰੂਰ ਮਾਸਕ ਪਹਿਨ ਕੇ ਜਾਓ। ਸੋ ਮਾਸਕ ਦੇ ਲਈ ਹਰ ਸਰਕਾਰ ਕਹਿ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਮਾਸਕ ਪਾਉਣੇ ਚਾਹੀਦੇ ਨੇ ਜਦੋਂ ਪਬਲਿਕ ਦੇ ਵਿੱਚ ਜਾਣਾ? ਜੀ ਜਿਹੜਾ ਮਾਸਕ ਤੇ ਟੈਸਟਿੰਗ ਬਾਰੇ ਜੀ ਬਹੁਤ ਲੰਮੇ ਸਮੇਂ ਤੋਂ ਜਿਹੜੀ ਚਰਚਾ ਉਹ ਚੱਲ ਰਹੀ ਹੈ ਜੀ। ਬਹੁਤ ਸਾਰੇ ਕੁਝ ਲੋਕ ਵੀ ਨੇ ਜਿਨ੍ਹਾਂ ਦਾ ਜਿਹੜਾ ਨਿੱਜੀ
कह लो भी सोच है वो ਜਿਹੜੇ ਸਾਡੇ ਹੈਲਥ ਪ੍ਰੋਫੈਸ਼ਨਲ ਨੇ ਜਾਂ ਸਾਇੰਸਦਾਨ ਨੇ ਉਹਨਾਂ ਨਾਲ ਕਈ ਵਾਰੀ ਨਹੀਂ ਮਿਲਦਾ। तो ਇਹ ਗੱਲਬਾਤ ਚੱਲਦੀ ਆਈ ਹੈ ਜੀ। ਪਰ ਇਹ ਮੈਂ ਸਰੋਤਿਆਂ ਵਾਸਤੇ ਦੱਸਣਾ ਚਾਹੁੰਦਾ ਕਿ ਇਹ ਇੱਕ ਇਵੋਲਵਿੰਗ ਸਿਚੁਏਸ਼ਨ ਹੈਗੀ ਹੈ ਕਿ ਜਿਵੇਂ ਜਿਵੇਂ ਹਾਲਾਤ ਚੇਂਜ ਹੋ ਰਹੇ ਆ ਉਸੇ ਤਰੀਕੇ ਨਾਲ ਜਿਹੜੀਆਂ ਪਾਲਿਸੀ ਤੇ ਜਿਹੜੀਆਂ ਉਸੇ ਤਰੀਕੇ ਨਾਲ ਰਿਸਟ੍ਰਿਕਸ਼ਨ ਚੇਂਜ ਹੋ ਰਹੀਆਂ। ਸ਼ੁਰੂ ਦੇ ਵਿੱਚ ਉਹਨਾਂ ਨੇ ਜਿਹੜਾ ਕਿਹਾ ਸੀ ਕਿ ਜਿਹੜਾ ਕੋਵਿਡ-19 ਨੂੰ ਰੋਕਣ ਵਾਸਤੇ ਜਿਹੜਾ ਮੇਨ ਹਥਿਆਰ ਆ ਉਹ ਫਿਜ਼ੀਕਲ ਡਿਸਟੈਂਸ ਹੈ। ਫਾਸਲਾ ਸਭ ਤੋਂ ਵੱਡਾ ਟੂਲ ਇਹੀ ਹੈ। ਉਸ ਤੋਂ ਇਲਾਵਾ ਕਿ ਜੇ ਤੁਸੀਂ ਸਿੱਖ ਹੋ ਤਾਂ ਕੰਮ ਤੇ ਨਾ ਜਾਓ, ਕਿਉਂਕਿ ਜੇ ਬਾਹਰ ਜਾਓਗੇ ਤੁਸੀਂ ਲੋਕਾਂ ਨੂੰ ਹੋਰ ਨੂੰ ਇਹ ਟ੍ਰਾਂਸਮਿਸ਼ਨ ਕਰੋਗੇ ਕੋਵਿਡ ਦੀ, ਤੇ ਹੱਥ ਧੋਣੇ ਵਗੈਰਾ। ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿਫਾਰਿਸ਼ ਕੀਤੀ ਹੈ ਕਿ ਤੁਸੀਂ ਜਿਹੜਾ ਮਾਸਕ ਹੈ, ਜਿਹੜਾ ਨੌਨ ਜਿਹੜਾ ਮੈਡੀਕਲ ਮਾਸਕ ਹੈ ਜਾਂ ਤੁਸੀਂ ਕਵਰਿੰਗ ਆਪਣੇ ਕੱਪੜੇ ਦੇ ਨਾਲ ਉਹ ਕਰ ਸਕਦੇ ਹੋ ਉਹਨਾਂ ਥਾਵਾਂ ਦੇ ਉੱਤੇ ਜਿੱਥੇ 6 ਫੁੱਟ ਦਾ ਫਾਸਲਾ ਨਹੀਂ ਰੱਖਿਆ ਜਾ ਸਕਦਾ। ਮਿਸਾਲ ਦੇ ਤੌਰ ਦੇ ਉੱਤੇ ਬੱਸ ਤੇ ਤੁਸੀਂ ਜਾਂਦੇ ਹੋ ਜਾਂ ਟ੍ਰੇਨ 'ਚ ਤੁਸੀਂ ਜਾਂਦੇ ਹੋ ਜਾਂ ਈਵਨ ਜਿਹੜਾ ਹੈਗਾ ਹੁਣ ਜਿਵੇਂ ਸ਼ਾਪਸ ਦੇ ਉੱਤੇ ਤੁਸੀਂ ਜਾਂਦੇ ਹੋ ਗਰੋਸਰੀ ਲੈਣ ਵਾਸਤੇ ਜੇ ਜਾਂਦੇ ਹੋ ਉਹਨਾਂ ਥਾਵਾਂ ਦੇ ਉੱਤੇ ਉਹਨਾਂ ਨੇ ਸਿਫਾਰਿਸ਼ ਕੀਤੀ ਹੈ ਵੀ ਤੁਸੀਂ ਜਿਹੜਾ ਉਹ ਫੇਸ ਕਵਰ ਕਰੋ। ਉਹਦੇ ਨਾਲ ਤੁਸੀਂ ਜਿਹੜਾ ਹੈਗਾ ਜੇ ਹੋਰ ਨਹੀਂ ਤਾਂ ਤੁਸੀਂ ਦੂਜੇ ਨੂੰ ਬਚਾ ਸਕਦੇ ਹੋ ਜੇ ਕਿਤੇ ਤੁਸੀਂ ਅਰਲੀ ਸਟੇਜ ਦੇ ਵਿੱਚ ਤੁਹਾਨੂੰ ਟ੍ਰਾਂਸਮਿਸ਼ਨ ਜੇ ਹੋਈ ਵੀ ਹੈਗੀ ਹੈ। ਤਾਂ ਇਸ ਕਰਕੇ ਇਹ ਵਿਕਾਸ ਜਿਹੜਾ ਲਗਾਤਾਰ ਹੋ ਰਿਹਾ ਜੀ। ਜਿਵੇਂ ਜਿਵੇਂ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਉਹਦੇ ਮੁਤਾਬਕ ਜਿਹੜੇ ਰੂਲ ਉਸੇ ਹਿਸਾਬ ਨਾਲ ਜਿਹੜੇ ਚੇਂਜ ਕਰਕੇ ਜਿਹੜੇ ਸਾਇੰਸਦਾਨ ਨੇ ਜਿਹੜੇ ਸਾਡੇ ਮੈਡੀਕਲ ਪ੍ਰੋਫੈਸ਼ਨਲ ਨੇ ਉਹ ਲੋਕਾਂ ਦੀ ਸੇਫਟੀ ਵਾਸਤੇ ਉਹ ਦੱਸ ਰਹੇ ਆ ਜੀ। ਇਸ ਵੇਲੇ ਉਹਦੀ ਸਿਫਾਰਿਸ਼ ਕੀਤੀ ਗਈ ਹੈ ਪਰ ਇਹ ਲਾਜ਼ਮੀ ਨਹੀਂ ਹੈ। ਉਹਦਾ ਕਾਰਨ ਇਹ ਹੈ, ਉਹਦਾ ਕਾਰਨ ਲੋਕਾਂ ਨੂੰ ਕੋਈ ਡਿਸਕਰੇਜ ਕਰਨ ਵਾਸਤੇ ਨਹੀਂ ਹੈ। ਉਹਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਕੋਈ ਇਸ ਕਿਸਮ ਦੀਆਂ ਬਿਮਾਰੀਆਂ ਨੇ ਕਿ ਜੇ ਅਸੀਂ ਲਾਜ਼ਮੀ ਸਾਰਿਆਂ ਵਾਸਤੇ ਕਰ ਦਈਏ ਤਾਂ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਜੇ ਕਿਸੇ ਨੂੰ ਦਮੇ ਦੀ ਬਿਮਾਰੀ ਹੈ ਤਾਂ ਉਹਨੂੰ ਤੁਸੀਂ ਲਵਾ ਦਿਓ ਤਾਂ ਉਹਨੂੰ ਫਿਜ਼ੀਕਲ ਪ੍ਰੋਬਲਮ ਆ ਜਾਂਦੀਆਂ। ਇਸੇ ਤਰੀਕੇ ਨਾਲ ਜਿਹੜੇ ਬੱਚੇ ਨੇ ਨੌਜਵਾਨ ਜਿਨ੍ਹਾਂ ਨੂੰ ਆਟਿਜ਼ਮ ਵਗੈਰਾ ਹੈਗਾ ਉਹਨਾਂ ਦੇ ਤੁਸੀਂ ਲਵਾਓਗੇ ਤਾਂ ਉਹਨਾਂ ਨੇ ਲਾਉਣਾ ਨਹੀਂਗਾ ਤਾਂ ਫਿਰ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਦੀ ਪ੍ਰੋਬਲਮ ਸੀਰੀਅਸ ਆ ਜਾਂਦੀ ਹੈ। ਤਾਂ ਇਹ ਵਲੰਟੀਅਰ ਹੈਗਾ ਜੀ ਪਰ ਲੋਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹਨਾਂ ਥਾਵਾਂ ਤੇ ਬੱਸ ਗੱਡੀ ਦੇ ਵਿੱਚ ਲਾ ਕੇ ਤੁਸੀਂ ਇਹ ਤੋਂ ਬਚ ਸਕਦੇ ਹੋ ਤੇ ਬਚਾ ਸਕਦੇ ਹੋ ਲੋਕਾਂ। ਬਿਲਕੁਲ ਤੇ ਅਸੀਂ ਇੱਕ ਦੂਜੇ ਤੋਂ ਬਚਾ ਕਰ ਸਕਦੇ ਹਾਂ ਕਿਉਂਕਿ ਹੁਣ ਭਾਰੀ ਮਾਤਰਾ ਦੇ ਵਿੱਚ ਲੋਕ ਜਿਹੜੇ ਬਾਹਰ ਜਾ ਰਹੇ ਨੇ, ਜ਼ਿਆਦਾ ਲਾਰਜ ਨੰਬਰ ਲੋਕ ਜਿਹੜੇ ਬਾਹਰ ਜਾਣਗੇ, ਬਿਜ਼ਨੈਸਸ ਓਪਨ ਹੋ ਰਹੇ ਨੇ, ਕੰਮਾਂ ਦੇ ਉੱਤੇ ਵਾਪਸ ਜਾ ਰਹੇ ਨੇ ਤੇ ਨਾਲ ਹੁਣ ਸੈਕਿੰਡ ਵੇਵ ਦਾ ਵੀ ਖਤਰਾ ਹੈਗਾ ਹੈ। ਕਿਹਾ ਜਾ ਰਿਹਾ ਹੈ ਕਿ ਜਿਵੇਂ ਜਿਵੇਂ ਹੁਣ ਸਮਰ ਲੰਘੂਗੀ ਤੇ ਵਿੰਟਰ ਆਊਗੀ ਤੇ ਵਿੰਟਰ ਦੇ ਵਿੱਚ ਇਹ ਬਿਮਾਰੀ ਹੋਰ ਫੈਲ ਸਕਦੀ ਹੈ। ਸੋ ਸੈਕਿੰਡ ਵੇਵ ਦੇ ਬਾਰੇ BC ਦੇ ਵਿੱਚ ਕੀ ਕੁਝ ਕਹਿ ਰਹੇ ਨੇ ਡਾਕਟਰਸ, ਬਿਕਾਜ਼ ਡਾਕਟਰ ਬੋਨੀ ਹੈਨਰੀ ਨੇ ਵੀ ਇਹਦੇ ਲਈ ਇੱਕ ਰਿਲੀਜ਼ ਜਾਰੀ ਕੀਤੀ ਸੀਗੀ ਕਿ ਸੈਕਿੰਡ ਵੇਵ ਜਦੋਂ ਆਏਗੀ ਤਾਂ ਉਦੋਂ ਕੀ ਹੋਵੇਗਾ, ਕੀ ਆਵੇਗੀ BC ਦੇ ਵਿੱਚ, ਇਹਦੇ ਬਾਰੇ ਅਨੁਮਾਨ ਲਗਾਇਆ ਜਾ ਰਿਹਾ ਜੀ। ਸੈਕੰਡ ਵੇਵ ਬਾਰੇ ਜਿਹੜਾ ਮੈਡੀਕਲ ਜਿਹੜਾ ਕੁਐਸਚਨ ਹੈਗਾ ਜੀ, ਡਾਕਟਰ ਬੋਨੀ ਹੈਨਰੀ ਨੇ ਜੋ ਕਿਹਾ ਮੈਂ ਉਹਦੀ ਜਾਣਕਾਰੀ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੂੰਗਾ। ਡਾਕਟਰ ਬੋਨੀ ਹੈਨਰੀ ਨੇ ਇਹ ਗੱਲ ਕਹੀ ਹੈ ਜੀ, ਐਕਸਕਿਊਜ਼ ਮੀ, ਕੱਲ ਗੱਲ ਕਰਦੇ ਹਾਂ ਕਿ ਜੀ ਜਿਹੜੀ ਸੈਕੰਡ ਵੇਵ ਹੈਗੀ ਹੈ ਕੋਵਿਡ-19 ਦੀ ਉਹ ਅਟਲ ਹੈ, ਯਾਨੀ ਕਿ ਉਹਦਾ ਆਉਣਾ ਆਲਮੋਸਟ ਲਾਜ਼ਮੀ ਹੈ। ਉਹਦਾ ਰੀਜ਼ਨ ਉਹਨਾਂ ਨੇ ਇਹ ਦਿੱਤਾ ਕਿ ਜੀ ਜਿਹੜਾ ਜੇ ਅਸੀਂ ਇਤਿਹਾਸ ਨੂੰ ਦੇਖੀਏ ਵਾਇਰਸ ਦੇ ਨੂੰ ਤਾਂ ਅੱਜ ਤੱਕ ਕੋਈ ਐਸਾ ਪੈਂਡੈਮਿਕ ਨਹੀਂ ਹੋਇਆ ਜਿਹਦੀ ਸੈਕੰਡ ਵੇਵ ਨਾ ਆਈ ਹੋਵੇ। ਲੇਕਿਨ ਉਹ ਕਿੰਨੀ ਵੱਡੀ ਹੈ ਕਿੰਨੀ ਛੋਟੀ ਹੈ ਇਹਦੇ ਬਾਰੇ ਇਸ ਵੇਲੇ ਕੋਈ ਤੁਹਾਨੂੰ ਉਹਦਾ ਕੋਈ ਅੰਦਾਜ਼ਾ ਨਹੀਂਗਾ ਕਿਉਂਕਿ ਇਹ ਪਹਿਲੀ ਵਾਰੀ ਇਸ ਕੋਵਿਡ-19 ਦਾ ਹੋ ਰਿਹਾ। ਕੁਝ ਸਾਲਾਂ ਬਾਅਦ ਅਸੀਂ ਅੰਦਾਜ਼ਾ ਲਾ ਸਕਾਂਗੇ ਕਿ ਕਿੰਨੀ ਵੱਡੀ ਤੇ ਕਿੰਨੀ ਛੋਟੀ ਇਹ ਹੁੰਦੀ ਹੈ ਜੀ। ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੀ ਜੋ ਸਾਡਾ ਅਨੁਭਵ ਪਿਛਲੇ 4 ਮਹੀਨਿਆਂ ਦਾ ਹੋਇਆ BC ਦੇ ਵਿੱਚ ਉਹ ਅਸੀਂ ਇੰਨਾ ਕੁਝ ਸਿੱਖਿਆ ਕੋਵਿਡ-19 ਤੋਂ ਜਿਹਦੇ ਨਾਲ ਅਸੀਂ ਸੈਕੰਡ ਵੇਵ ਨੂੰ ਜਿਹੜਾ ਪ੍ਰੋਪਰ ਤਰੀਕੇ ਨਾਲ ਡੀਲ ਕਰਨ ਵਾਸਤੇ ਜਿਹੜਾ ਹੈਗਾ ਸਾਨੂੰ ਮਦਦ ਮਿਲੇਗੀ ਉਹਦੇ ਨਾਲ। ਪਰ ਉਹਨਾਂ ਨੇ ਅਗਲੀ ਗੱਲ ਇਹ ਕਹੀ ਹੈ ਕਿ ਇਹ ਸਾਰੇ ਕੁਝ ਨੂੰ ਖਾਸ ਕਰਕੇ ਜਿਹੜਾ ਦੇਖਣ ਵਾਸਤੇ, ਮੈਨੇਜ ਕਰਨ ਵਾਸਤੇ, ਮੋਨੀਟਰ ਕਰਨ ਵਾਸਤੇ ਸੈਕੰਡ ਵੇਵ ਨੂੰ ਜਿਹੜੀ ਟੈਸਟਿੰਗ ਹੈ ਉਹ ਬਹੁਤ ਜ਼ਰੂਰੀ ਹੈ। ਉਹ ਅਸੀਂ ਉਹਨਾਂ ਨੇ ਕਿਹਾ ਲਗਾਤਾਰ ਕਰਦੇ ਰਹਿਣਾ ਹੈ ਤਾਂ ਕਿ ਸਾਨੂੰ ਪਤਾ ਲੱਗੇ ਵੀ ਕਿਵੇਂ ਕਿੱਥੋਂ ਜਿਹੜਾ ਹੈਗਾ ਕੇਸ ਜੇ ਵੱਧ ਰਹੇ ਆ ਤਾਂ ਕਦੋਂ ਵੱਧ ਰਹੇ ਆ। ਔਰ ਖਾਸ ਕਰਕੇ ਉਹਨਾਂ ਨੇ ਕਿਹਾ ਜਿਹੜਾ ਫਲੂ ਸੀਜ਼ਨ ਆ ਉਹ ਵਾਪਸ ਆ ਜਾਣਾ ਫਾਲ ਦੇ ਵਿੱਚ ਤੇ ਫਲੂ ਦੇ ਜਿਹੜੇ ਸਿੰਪਟਮ ਨੇ ਤੇ ਇਹਦੇ ਸਿੰਪਟਮ ਨੇ ਉਹ ਇੱਕੋ ਜਿਹੇ ਸਿੰਪਟਮ ਜਿਹੇ ਨੇ। ਇਸ ਕਰਕੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਾਨੂੰ ਫਲੂ ਤੇ ਇਹਦੇ ਵਿੱਚ ਜਿਹੜਾ ਡਿਫਰੈਂਸ ਆ ਉਹ ਸਮਝਣ ਦੀ ਲੋੜ ਹੈਗੀ ਹੈ ਤਾਂ ਕਿ ਅਸੀਂ ਇਸ ਨੂੰ ਜਦੋਂ ਸੈਕੰਡ ਵੇਵ ਆਉਂਦੀ ਹੈ ਉਹਨੂੰ ਉਸ ਤਰੀਕੇ ਦੇ ਨਾਲ ਐਡਰੈਸ ਕਰ ਸਕੀਏ। ਅਲਟੀਮੇਟਲੀ ਉਹੀ ਗੱਲ ਕਹੀ ਹੈ ਜੀ, ਲੋਕਾਂ ਨੇ ਜਿੰਨੇ ਲੋਕ ਸੰਤਰਕ ਰਹਿਣਗੇ, ਜਿੰਨੇ ਲੋਕ ਸਾਵਧਾਨ ਰਹਿਣਗੇ, ਸੈਕੰਡ ਵੇਵ ਦੇ ਵਿੱਚੋਂ ਵੀ ਅਸੀਂ ਜਿਵੇਂ ਪਹਿਲੀ ਚੋਂ ਨਿਕਲੇ ਆ ਅਸੀਂ ਸੇਫਟੀ ਦੇ ਨਾਲ ਨਿਕਲ ਸਕਦੇ ਹਾਂ ਲੋਕਾਂ ਦੀ ਵਚਨਬੱਧਤਾ ਦੇ ਨਾਲ। ਲੋਕਾਂ ਦੀ ਗੱਲ ਕੀਤੀ ਹੈ ਕਿ ਜਿੰਨੇ ਲੋਕ ਸੇਫ ਰਹਿਣਗੇ, ਜਿੰਨੇ ਕੌਨਸ਼ੀਅਸ ਹੋਣਗੇ ਕਿ ਅਸੀਂ ਬਾਹਰ ਜਾ ਰਹੇ ਹਾਂ ਤਾਂ ਮਾਸਕ ਪਹਿਨ ਕੇ ਜਾਈਏ, ਇੱਕ ਦੂਜੇ ਤੋਂ ਦੂਰ ਰਹੀਏ, ਘੱਟ ਤੋਂ ਘੱਟ ਅਸੀਂ ਆਪਣੇ ਬਬਲ ਨੂੰ ਜਿਹੜਾ ਵੱਡਾ ਕਰੀਏ ਕਿਉਂਕਿ ਡਬਲ ਕਰਨ ਨੂੰ ਕਿਹਾ ਗਿਆ ਹੈਗਾ ਆਪਣੇ ਬਬਲ ਨੂੰ, ਨਾ ਕਿ ਤੁਸੀਂ ਹੁਣ 50 ਬੰਦਿਆਂ ਦੀ ਗੱਲ ਹੋ ਰਹੀ ਸੀ ਕਿ 50 ਬੰਦਿਆਂ ਦਾ ਤੁਸੀਂ ਇਕੱਠ ਕਰ ਸਕਦੇ ਆ, ਪਰ ਹੁਣ ਉਹ ਕਿੱਥੇ ਕੀਤਾ ਜਾ ਰਿਹਾ, ਕੌਣ ਕਰ ਸਕਦਾ, ਇਹਦੇ ਬਾਰੇ ਜਿਹੜੀ ਜਾਣਕਾਰੀ ਹੈਗੀ ਆ ਉਹ ਕਈ ਲੋਕਾਂ ਤੱਕ ਬਹੁਤ ਘੱਟ ਹੈਗੀ ਹੈ ਕਿ ਕਿਸ ਤਰ੍ਹਾਂ ਦੇ ਨਾਲ 50 ਲੋਕ ਇਕੱਠੇ ਹੋ ਸਕਦੇ ਆ। ਕਿ ਉਹ ਹੁਣ BC ਦੇ ਵਿੱਚ
ਵਿੱਚ ਇਸ ਟਾਈਮ 50 ਬੰਦੇ ਇਕੱਠੇ ਹੋ ਕੇ ਕੋਈ ਮੈਰਿਜ ਜਾਂ ਕੋਈ ਆਪਣੇ ਘਰੇ ਪਾਰਟੀ ਜਾਂ ਇਦਾਂ ਕੁਝ ਕਰ ਸਕਦੇ? ਜਿਹੜਾ ਜੀ ਅੰਡਰ ਦੀ ਸਟੇਟ ਆਫ ਪ੍ਰੋਵਿੰਸ਼ੀਅਲ ਸਟੇਟ ਆਫ ਐਮਰਜੈਂਸੀ ਜਿਹੜਾ ਰੂਲ ਇਸ ਵੇਲੇ ਹੈਗਾ ਜੀ, ਉਹ ਮੈਕਸਿਮਮ ਜੇ ਬੰਦੇ ਇੱਕ ਛੱਤ ਥੱਲੇ ਜਾਂ ਇੱਕ ਥਾਂ ਦੇ ਉੱਤੇ ਇਕੱਠੇ ਹੋ ਸਕਦੇ ਤਾਂ 50 ਦਾ ਜੀ। ਲੇਕਿਨ ਇਹ ਨਹੀਂ ਹੈ ਕਿ ਉਹ 50 ਜਿਵੇਂ ਮਰਜੀ ਜਿਸ ਵੀ ਤਰੀਕੇ ਨਾਲ ਉਹ ਇਕੱਠੇ ਹੋ ਜਾਣ, ਇਹ ਨਹੀਂ ਹੈ ਰੂਲ। ਪਰ 50 ਤੱਕ ਦੀ ਹੋਏਗੀ। ਉਹਦੇ ਅੱਗੇ ਜਾ ਕੇ ਰੂਲ ਨੇ ਕਿ ਜੀ ਉਹਨਾਂ ਦੀ ਜਿਹੜੀ 6 ਫੁੱਟ ਦਾ ਫਾਸਲਾ ਉਹ ਜ਼ਰੂਰੀ ਹੈ। ਮੇਰੇ ਕੋਲੇ ਵੀ ਸਵਾਲ ਆਏ ਆ ਪਿਛਲੇ ਦਿਨਾਂ ਦੇ ਵਿੱਚ, ਖਾਸ ਕਰਕੇ ਜਿਹਨਾਂ ਲੋਕਾਂ ਦੇ ਮੈਰਿਜ ਰੱਖੀ ਹੋਈ ਹੈ ਜੀ, ਉਹਨਾਂ ਦੇ ਕਿ ਵੀ ਅਸੀਂ 50 ਬੰਦੇ ਕਲੋਜ਼ ਜਿਹੜੀਆਂ ਨੇੜੇ ਦੀਆਂ ਫੈਮਲੀਆਂ ਬੁਲਾ ਕੇ ਕਰ ਸਕਦੇ ਹਾਂ। ਬਿਲਕੁਲ ਕਰ ਸਕਦੇ ਆ, ਪਰ ਉਹਦੇ 'ਚ ਬੜੇ ਰੂਲ ਬੜੇ ਜਿਹੜੇ ਕਲੀਅਰ ਨੇ ਜੀ ਕਿ ਕੋਈ ਵੀ ਜਿਹੜੇ ਇੱਕ ਪਰਿਵਾਰ ਦੇ ਮੈਂਬਰ ਇੱਕ ਥਾਂ ਤੇ ਬੈਠ ਸਕਦੇ ਆ। ਜਿਹੜਾ ਇੱਕ ਟੇਬਲ ਹੈ ਦੂਜੇ ਟੇਬਲ ਨਾਲੋਂ ਉਹਦਾ 6 ਫੁੱਟ ਦਾ ਫਾਸਲਾ ਹੋਣਾ ਚਾਹੀਦਾ ਹੈ। ਇੱਕ ਟੇਬਲ ਤੇ 6 ਤੋਂ ਵੱਧ ਲੋਕ ਬੈਠਣੇ ਨਹੀਂ ਚਾਹੀਦੇ। ਬੱਫੇ ਨਹੀਂ ਲਾ ਸਕਦੇ, ਟੇਬਲ ਤੇ ਸਰਵ ਕਰਨਾ ਪਊਗਾ, ਬੱਫੇ ਨਹੀਂ ਲੱਗ ਸਕਦਾ। ਸੋ ਉਹ ਰੂਲ ਸਾਰੇ ਨਾ ਜੀ, ਉਹ ਕਿਸੇ ਵੀ ਪਰਿਵਾਰ ਨੂੰ ਫੰਕਸ਼ਨ ਕਰਨ ਤੋਂ ਪਹਿਲਾਂ ਜਿਹੜਾ ਵਰਕਸੇਫ BC ਦੇ ਨਾਲ ਜਿਹੜਾ ਸੰਪਰਕ ਕਰਕੇ ਉਹ ਸਮਝ ਲੈਣਾ ਚਾਹੀਦਾ। ਹੋ ਸਕਦਾ ਪਰ ਉਹ ਸਾਰੇ ਰੂਲ ਮੰਨ ਕੇ ਹੋ ਸਕਦਾ। ਇਹ ਨਹੀਂ ਹੈ ਕਿ ਆਪਾਂ ਇਕੱਠੇ ਹੋ ਕੇ ਜਿਹੜਾ ਬੱਫੇ ਵੀ ਲਾ ਲਈਏ ਤੇ ਬਾਅਦ 'ਚ ਭੰਗੜਾ ਗਿੱਧਾ ਵੀ ਪਾ ਲਈਏ। ਭੰਗੜਾ ਗਿੱਧਾ ਵੀ ਨਹੀਂ ਪੈ ਸਕਣਾ ਜੀ ਇਸ ਸਾਲ ਦੇ ਫੰਕਸ਼ਨਾਂ ਦੇ ਵਿੱਚ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ 6 ਫੁੱਟ ਦਾ ਫਾਸਲਾ ਹੋਣਾ ਚਾਹੀਦਾ। ਹੁਣ ਜੇ ਕੋਈ ਕਿਸੇ ਹਾਲ ਦੇ ਵਿੱਚ ਐਂਟਰ ਕਰ ਰਿਹਾ ਤਾਂ ਉਹਨਾਂ ਨੂੰ ਇੱਕ ਫੈਮਿਲੀ ਨੂੰ ਐਂਟਰ ਕਰਨ ਦੇਣਾ ਚਾਹੀਦਾ ਤੇ ਉਸ ਤੋਂ ਬਾਅਦ ਖੁਦ ਐਂਟਰ ਹੋਣਾ ਚਾਹੀਦਾ। ਸੋ ਬਹੁਤ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਹੋ ਜਾਣੇ ਆ ਜਿਹੜੇ ਫੋਲੋ ਕਰਨੇ ਪੈਣੇ ਆ ਜੀ। ਉਹ ਸਾਰੇ ਰੂਲ ਜੀ, ਉੱਥੇ ਹੈਂਡ ਸੈਨੀਟਾਈਜ਼ਰ ਦਾ ਹੋਣਾ ਵਗੈਰਾ ਵਗੈਰਾ ਵਗੈਰਾ, ਉਹ ਸਾਰੇ ਰੂਲ ਜਿਹੜਾ ਵਰਕਸੇਫ BC ਤਫਸੀਲ ਦੇ ਵਿੱਚ ਦੱਸ ਸਕਦਾ, ਉਹਨਾਂ ਤੋਂ ਪਤਾ ਲਾਇਆ ਜਾ ਸਕਦਾ। ਬਿਲਕੁਲ। ਤੇ ਜਦੋਂ ਅਸੀਂ ਵਰਕਸੇਫ BC ਦੀ ਗੱਲ ਕਰਦੇ ਹਾਂ ਤੇ ਬਿਜ਼ਨਸ ਦੇ ਵਿੱਚ ਇਨਸਪੈਕਸ਼ਨਸ ਜਿਹੜੀਆਂ ਨੇ ਉਹ ਵੀ ਇਸ ਸਾਲ ਤੋਂ ਵੱਧ ਰਹੀਆਂ ਨੇ, ਕਿਉਂਕਿ ਪਿਛਲੇ ਸਾਲ 10,000 ਬਿਜ਼ਨਸ ਦੀ ਇਨਸਪੈਕਸ਼ਨ ਹੋਈ ਹੈ ਤੇ ਇਸ ਸਾਲ ਇਹਨਾਂ 2-3 ਮਹੀਨਿਆਂ ਦੇ ਵਿੱਚ ਹੀ 20,000 ਤੋਂ ਉੱਤੇ ਜਿਹੜੀ ਇਨਸਪੈਕਸ਼ਨ ਹੋ ਚੁੱਕੀ ਹੈ। ਕਿ ਕੀ ਹੁਣ ਬਿਜ਼ਨੈਸਿਸ ਨੂੰ ਇਨਸਪੈਕਸ਼ਨ ਰੈਗੂਲਰ ਤੌਰ ਤੇ ਹੋਇਆ ਕਰਨਗੀਆਂ ਇਸ ਸਾਲ ਤੋਂ, ਤੇ ਉਹਨਾਂ ਦੇ ਵਿੱਚ ਬੈਂਕੁਏਟ ਹਾਲ ਇਹ ਵੀ ਸ਼ਾਮਿਲ ਹੋਣਗੇ? ਜੀ, ਜਿਹੜੇ ਬੈਂਕੁਏਟ ਹਾਲ ਨੇ ਜਾਂ ਜਿਹੜੇ ਵੱਡੇ ਫੰਕਸ਼ਨ ਨੇ ਜੀ, ਜਿਨ੍ਹਾਂ ਦੇ ਵਿੱਚ ਟੂਰਨਾਮੈਂਟ ਵਗੈਰਾ ਆਉਂਦੇ ਆ ਜਾਂ ਹੋਰ ਜਿਹੜੇ ਆਰਟਿਸਟ ਦੇ ਫੰਕਸ਼ਨ ਨੇ, ਉਹ ਤੀਜੀ ਫੇਜ਼ ਦੇ ਵਿੱਚ ਨੇ ਜੀ। ਉਹ ਥਰਡ ਫੇਜ਼ ਦੇ ਵਿੱਚ ਜਾ ਕੇ ਖੁੱਲ ਸਕਦੇ ਆ। ਉਹਦੀ ਕੋਈ ਡੇਟ ਨਹੀਂ ਦਿੱਤੀ ਗਈ ਹਲੇ ਤੱਕ ਤਾਂ, ਸੌਰੀ, ਉਹ ਤਾਂ ਚੌਥੀ ਫੇਜ਼ ਦੇ ਵਿੱਚ ਨੇਗੇ। ਜਿਹੜੀ ਹਲੇ ਤੀਜੀ ਫੇਜ਼ ਦੀ ਵੀ ਕੋਈ ਡੇਟ ਨਹੀਂ ਹੈ। ਲਗਭਗ ਸਤੰਬਰ 'ਚ ਕਿਹਾ ਹੈਗਾ, ਜਿਹਦੇ ਵਿੱਚ ਯੂਨੀਵਰਸਿਟੀ ਕਾਲਜ ਆਉਂਦੇ ਆ, ਹੋਟਲ ਵਗੈਰਾ ਆਉਂਦੇ ਆ, ਜਿਹੜਾ ਫਿਲਮ ਇੰਡਸਟਰੀ ਵਗੈਰਾ ਆਉਂਦੀ ਹੈ ਜੀ। ਤਾਂ ਉਹ ਚੌਥੀ ਫੇਜ਼ ਦੇ ਵਿੱਚ ਨੇਗੇ। ਉਹ ਤਾਂ ਹੋਊਗਾ ਜੇ ਕਹਿੰਦੇ ਜੀ ਵੈਕਸੀਨ ਆ ਜੇ ਤਾਂ ਜਿਹੜੇ ਆਪਣੇ ਬੈਂਕੁਏਟ ਹਾਲ ਨੇ, ਛੋਟੇ ਸਮਾਗਮ ਤਾਂ ਸ਼ਾਇਦ ਜਿਹੜਾ 50 ਵਾਲੀ ਤੁਹਾਨੂੰ ਮੈਂ ਗੱਲ ਕਹੀ ਹੈ ਉਹ ਹੁਣ ਵੀ ਸ਼ਾਇਦ ਕਰ ਸਕਦੇ ਹੁਣ ਰੂਲਾਂ ਦੇ ਮੁਤਾਬਕ। ਲੇਕਿਨ ਜਿਹੜੇ ਪਹਿਲਾਂ ਵਿਆਹ ਹੁੰਦੇ ਸੀ ਵੱਡੇ 500-600 ਵਾਲੇ, ਜਿੱਥੇ ਕੋਈ ਪਾਬੰਦੀ ਨਹੀਂ ਸੀ ਕੌਣ ਕਿਹਨੂੰ ਮਿਲਦਾ, ਜਿਹੜਾ ਉਸ ਕਿਸਮ ਦਾ ਕੰਮ ਹੈ ਉਹ ਵੈਕਸੀਨ ਦੇ ਆਉਣ ਤੋਂ ਪਹਿਲਾਂ ਨਹੀਂ ਹੋ ਸਕਦਾ। ਵੈਕਸੀਨ ਕਦੋਂ ਹੋਣੀ ਹੈ ਉਹਦੀ ਜਿਹੜਾ ਟਾਈਮ ਲਾਈਨ ਇਸ ਵੇਲੇ ਹੈਗਾ ਜੀ, ਉਹ ਆਲਮੋਸਟ 8 ਮਹੀਨਿਆਂ ਤੋਂ ਲੈ ਕੇ 2 ਸਾਲ ਤੱਕ ਦਾ ਜਿਹੜਾ ਮਾਹਰ ਹੈ ਉਹ ਦੇ ਰਹੇ ਆ। ਉਹਦੇ ਤੇ ਕਿੰਨੀ ਦੇਰ ਲੱਗਦੀ ਹੈ ਸਾਰੀ ਟੈਸਟਿੰਗ ਵਗੈਰਾ ਕਰਨ ਦੇ ਉੱਤੇ, ਕੋਈ ਇੰਨਾ ਸਮਾਂ ਉਹ ਲੱਗ ਜਾਊਗਾ। ਜਿਹੜਾ ਤੁਸੀਂ ਕਿਹਾ ਵੀ ਇਨਸਪੈਕਸ਼ਨ ਵਧੀਆ, ਇਸ ਵੇਲੇ ਜਿਹੜਾ ਇੱਥੋਂ ਦਾ ਸਿਸਟਮ ਹੈ ਜੀ, ਉਹਦੇ 'ਚ ਉਹਨਾਂ ਨੇ ਰੂਲ ਬੜੇ ਕਲੀਅਰ ਕਰਕੇ ਵਰਕਸੇਫ ਨੇ ਦੱਸਦੇ ਆ ਲੋਕਾਂ ਦੀ ਸੇਫਟੀ ਦੇ ਲਈ ਕਿ ਵੀ ਜੇ ਤੁਸੀਂ ਰੈਸਟੋਰੈਂਟ ਖੋਲਣਾ ਤਾਂ ਆਹ ਰੂਲ ਲੈਂਗੇ, ਜੇ ਤੁਸੀਂ ਆਪਣਾ ਬਾਰਬਰ ਸ਼ਾਪ ਖੋਲਣੀ ਤਾਂ ਆਹ ਰੂਲ ਲੈਂਗੇ। ਉਸ ਤੋਂ ਬਾਅਦ ਇੰਡੀਵਿਜੂਅਲ ਬਿਜ਼ਨਸ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਰੂਲਾਂ ਨੂੰ ਸਮਝ ਕੇ ਆਪਣੀ ਪਲਾਨ ਬਣਾ ਕੇ ਉਹਨੂੰ ਚਲਾਵੇ। ਲੇਕਿਨ ਸਮੇਂ-ਸਮੇਂ ਜਿਹੜੇ ਸਾਡੇ ਵਰਕਸੇਫ BC ਦੇ ਜਿਹੜੇ ਇੰਸਪੈਕਟਰ ਨੇ, ਉਹ ਜਿਹੜੀ ਪਹਿਲੀ ਫੇਜ਼ ਦੇ ਵਿੱਚ ਲੋਕਾਂ ਦੇ ਕੋਲ ਜੇ ਆਉਣਗੇ ਉਹਨਾਂ ਦੀ ਮਦਦ ਕਰਨ ਵਾਸਤੇ ਆਉਣਗੇ ਤਾਂ ਕਿ ਉਹ ਰੂਲਾਂ ਮੁਤਾਬਕ ਸੇਫਟੀ ਨੂੰ ਚਲਾ ਸਕਣ, ਨਾ ਕਿ ਉਹਨਾਂ ਨੂੰ ਜਿਹੜਾ ਕੋਈ ਸਜ਼ਾ ਦੇਣ ਵਾਸਤੇ ਉਹ ਆਉਣਗੇ। ਪਰ ਜੇ ਕੋਈ ਬੰਦਾ ਲਗਾਤਾਰ ਕੁਤਾਹੀ ਕਰੂਗਾ, ਗਲਤੀਆਂ ਕਰੂਗਾ ਤਾਂ ਉਹਦੇ ਤੇ ਫਿਰ ਐਕਸ਼ਨ ਵੀ ਲਿਆ ਜਾ ਸਕਦਾ। ਪਰ ਮੋਟੇ ਤੌਰ ਦੇ ਉੱਤੇ ਉਹਨਾਂ ਦਾ ਰੋਲ ਸ਼ੁਰੂ ਦੇ ਵਿੱਚ ਐਜੂਕੇਸ਼ਨਲ ਜਿਹੜਾ ਰੋਲ ਹੈਗਾ ਤਾਂ ਕਿ ਉਹ ਸਪੋਰਟ ਕਰ ਸਕਣ ਬਿਜ਼ਨਸ ਨੂੰ ਤੇ ਲੋਕਾਂ ਦੀ ਸੇਫਟੀ ਨੂੰ ਜਿਹੜਾ ਬਰਕਰਾਰ ਰੱਖਿਆ ਜਾ ਸਕੇ। ਬਿਲਕੁਲ। ਤੇ ਹਰ ਕੋਈ ਹੁਣ ਇਹ ਪੁੱਛ ਰਿਹਾ ਕਿ ਤੀਜਾ ਫੇਜ਼ ਕਦੋਂ ਸਟਾਰਟ ਹੋਣਾ। ਜਿਵੇਂ ਤੁਸੀਂ ਦੱਸਿਆ ਕਿ ਕੋਈ ਵੀ ਉਹਦੀ ਟਾਈਮਲਾਈਨ ਨਹੀਂ ਹੈਗੀ ਕਿ ਥਰਡ ਫੇਜ਼ ਕਦੋਂ ਸਟਾਰਟ ਹੋ ਜਾਏਗਾ, ਕੀ ਕੁਝ ਓਪਨ ਹੋ ਜਾਏਗਾ। ਸੋ ਦੂਜੇ ਫੇਜ਼ ਦਾ ਕਿਸ ਤਰ੍ਹਾਂ ਰਿਸਪੌਂਸ ਆ ਰਿਹਾ ਹੈਗਾ ਗਵਰਨਮੈਂਟ ਨੂੰ? ਦੂਜੇ ਫੇਜ਼ ਦਾ ਜੀ ਪਹਿਲਾ ਜਿਹੜਾ ਇਹ ਹਫਤਾ ਹੈਗਾ, ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਜਿਹੜਾ 1 ਹਫ਼ਤੇ ਬਾਅਦ ਜਿਹੜਾ ਅਗਲੇ ਹਫ਼ਤੇ ਦਰਮਿਆਨ ਕਿਸੇ ਸਮੇਂ ਇਹਦੀ ਕੋਈ ਕਿਸੇ ਕਿਸਮ ਦੀ ਰਿਪੋਰਟ ਜਿਹੜੀ ਇਕੱਠੀ ਕਰਕੇ ਪੇਸ਼ ਕੀਤੀ ਜਾਊਗੀ, ਜਿੱਥੋਂ ਤੁਹਾਨੂੰ ਪਤਾ ਲੱਗੂਗਾ ਕਿ ਓਵਰਆਲ ਜਿਹੜੀ ਇਹ ਸ਼ੁਰੂਆਤ ਹੈ ਉਹ ਕੈਸੀ ਰਹੀ, ਜਿੱਥੋਂ ਤੱਕ ਜਿਹੜੀ ਇਕਨੋਮਿਕ ਐਕਟੀਵਿਟੀ ਕਿੰਨੀਆਂ ਕੁ ਉੱਪਰ ਗਈਆਂ, ਕਿਉਂਕਿ 30 ਤੋਂ 60 ਤੱਕ ਵਧਾਉਣ ਦੀ ਜਿਹੜੀ ਇਸ ਵੇਲੇ ਇਜਾਜ਼ਤ ਜਿਹੜੀ ਦਿੱਤੀ ਗਈ ਹੈ ਮੈਥਮੈਟਿਕਲੀ ਆਪਾਂ ਦੇਖੀਏ ਦੁੱਗਣੀਆਂ ਕਰਨ ਦੀ। ਤੇ ਨਾਲ ਵੀ ਇਹ ਸੇਫ ਕਿੰਨੀਆਂ ਲੋਕਾਂ ਵਾਸਤੇ ਰਹੀਆਂ, ਇਹ ਰਿਪੋਰਟ ਅਸੀਂ ਉਮੀਦ ਕਰਦੇ ਹਾਂ ਵੀ ਅਗਲੇ ਹਫ਼ਤੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਆਊਗੀ ਜੀ।
ਲੇਕਿਨ ਅਸੀਂ ਦੂਜੇ ਫੇਜ਼ ਦੇ ਵਿੱਚ ਹੁਣ ਤੱਕ ਜੋ ਗੱਲਾਂ ਬਾਤਾਂ ਰਾਹੀਂ ਗੱਲ ਸੁਣ ਰਹੇ ਹਾਂ ਜੀ, ਉਹ ਸਾਰਾ ਕੁਝ ਠੀਕ ਚੱਲ ਰਿਹਾ, ਲੋਕ ਬੜੇ ਸੁਚੇਤ ਨੇ। ਜਿਹੜੀ ਤੀਜੀ ਫੇਜ਼ ਹੈ ਜੀ, ਉਹਦੀ ਸ਼ੁਰੂ ਹੋਣ ਦੀ ਡੇਟ ਜਿਹੜੀ ਦੱਸੀ ਹੋਈ ਹੈ ਉਹ ਜੂਨ ਤੋਂ ਸਤੰਬਰ ਤੱਕ ਹੈਗੀ ਆ। ਲੇਕਿਨ ਉਹਦੇ ਵਿੱਚ ਸਕੂਲ ਆਉਂਦੇ ਆ, ਉਹਦੇ ਵਿੱਚ ਕਾਲਜ ਯੂਨੀਵਰਸਿਟੀ ਆਉਂਦੇ ਆ, ਉਹਦੇ ਵਿੱਚ ਜਿਹੜੇ ਹੈਗੇ ਹੋਟਲਸ ਆਉਂਦੇ ਆ, ਉਹਦੇ ਵਿੱਚ ਜਿਮ ਆਉਂਦੇ ਆ, ਫਿਲਮ ਇੰਡਸਟਰੀ ਆਉਂਦੀ ਆ, ਵਗੈਰਾ ਵਗੈਰਾ ਇਹ ਆਉਂਦੇ ਆ ਜੀ। ਉਹ ਤਾਂ ਹੋਊਗਾ ਜੇ ਕੇਸ ਜਿਹੜੇ ਹੈਗੇ ਆ ਦੂਜੀ ਫੇਜ਼ ਦੇ ਦਰਮਿਆਨ ਉਹ ਮੈਨੇਜੇਬਲ ਰਹੇ। ਇਹ ਨਹੀਂ ਵੀ ਜਿੰਨੇ ਹੁਣ ਚੱਲੇ ਉਨੇ ਹੀ ਰਹਿਣ, ਥੋੜੇ ਬਹੁਤੇ ਕੇਸ ਉੱਪਰ ਜਾਣਗੇ, ਉਹਦੀ ਉਮੀਦ ਕੀਤੀ ਜਾਣੀ ਹੈ ਕਿ ਜਦੋਂ ਵੱਧ ਲੋਕਾਂ ਨੇ ਮਿਲਣਾ ਤੇ ਚਾਂਸਸ ਹੈ ਵੀ ਥੋੜੀ ਬਹੁਤੀ ਟ੍ਰਾਂਸਮਿਸ਼ਨ ਵਧਣੀ ਹੈ। ਕਿਉਂਕਿ ਜੇ ਕੇਸ ਸਾਡੇ ਮੈਨੇਜੇਬਲ ਰਹੇ ਤਾਂ ਜਿਹੜੀ ਹੈਗੀ ਤੀਜੀ ਫੇਜ਼ ਚੱਲੂਗੀ। ਜੇ ਕੇਸ ਮੈਨੇਜ ਤੋਂ ਬਾਹਰ ਨਿਕਲ ਗਏ ਤਾਂ ਫਿਰ ਅਸੀਂ ਤੀਜੀ ਫੇਜ਼ ਜਿਹੜੀ ਸ਼ਾਇਦ ਨਾ ਉਹ ਸ਼ੁਰੂ ਕਰ ਸਕੀਏ। ਜਿਹੜੀ ਚੌਥੀ ਫੇਜ਼ ਹੈ ਜੀ, ਉਹਦੀ ਡੇਟ ਨਹੀਂ ਕੋਈ ਦਿੱਤੀ ਗਈ। ਉਹਦੇ ਵਿੱਚ ਵੱਡੇ ਫੰਕਸ਼ਨ ਨੇ ਸਾਰੇ, ਕਨਵੈਨਸ਼ਨ ਸੈਂਟਰ, ਬੈਂਕਟ ਹਾਲ ਵਗੈਰਾ ਵਗੈਰਾ, ਟੂਰਨਾਮੈਂਟ, ਉਹਦੀ ਡੇਟ ਨਹੀਂ ਕੋਈ। ਉਹਦੀ ਡੇਟ ਦੇ ਵਿੱਚ ਇਹ ਕਿਹਾ ਗਿਆ ਵੀ ਵੈਕਸੀਨ ਦੇ ਆਉਣ ਤੋਂ ਪਹਿਲਾਂ ਉਹਨਾਂ ਦੇ ਖੁੱਲਣ ਦੀ ਉਮੀਦ ਬਹੁਤ ਘੱਟ ਹੈ ਜੀ। ਇਹ ਗੱਲ ਕਹੀ ਗਈ। ਬਿਲਕੁਲ, ਜੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਡੀ ਇਕਨੋਮੀ ਜਿਹੜੀ 3rd ਤੇ 4th ਫੇਜ਼ ਦੇ ਵਿੱਚ ਵੀ ਜਾਵੇ ਤਾਂ ਸਾਨੂੰ ਇਹ ਗਾਈਡਲਾਈਨਸ ਨੂੰ ਫੋਲੋ ਕਰਨਾ ਪੈਣਾ ਹੈਗਾ ਆ। ਸੋ ਸਾਨੂੰ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਉਹਦੇ ਨਾਲ ਸਟਕ ਹੋ ਕੇ ਰਹਿਣਾ ਪੈਣਾ ਹੈ ਕਿ ਜੇ ਕੋਈ ਤੁਹਾਡੇ ਘਰੇ ਕਹਿੰਦਾ ਵੀ ਆ ਆਉਣ ਨੂੰ ਤਾਂ ਤੁਹਾਨੂੰ ਪਹਿਲਾਂ ਦੇਖਣਾ ਪੈਣਾ ਕਿ ਤੁਸੀਂ ਸੇਫ ਫੀਲ ਕਰਦੇ ਹੈਗੇ ਆ ਜਾਂ ਤੁਸੀਂ ਬੈਕਯਾਰਡ ਦੇ ਵਿੱਚ ਉਹਨਾਂ ਨੂੰ ਮਿਲ ਸਕਦੇ ਹੈਗੇ ਆ। ਸੋ ਇਦਾਂ ਦੀਆਂ ਚੀਜ਼ਾਂ ਸਾਨੂੰ ਪਲਾਨ ਕਰਨੀਆਂ ਪੈਣੀਆਂ ਨੇ। ਪਰ ਹੁਣ ਜਿਵੇਂ ਆ ਰਹੇ ਨੇ ਕੈਨੇਡਾ ਦੇ ਵਿੱਚ ਆ ਰਹੇ ਨੇ ਲੋਕ, ਸੋ ਕਿੰਨੇ ਲੋਕ ਆ ਗਏ ਨੇ ਇੰਡੀਆ ਤੋਂ, ਤੇ ਕਿਉਂਕਿ 40,000 ਲੋਕ ਗੱਲ ਕੀਤੀ ਸੀ ਕਿ BC ਦੇ ਵਿੱਚ ਪਹੁੰਚ ਚੁੱਕੇ ਨੇ, ਸਿਰਫ BC ਦੇ ਵਿੱਚ, ਜਿਹੜੀਆਂ ਹੋਰ ਕੰਟਰੀਜ਼ ਦੇ ਵਿੱਚ ਸੀ, ਕੀ ਹੋਰ ਲੋਕ ਵੀ ਆ ਰਹੇ ਨੇ? ਜੀ ਜਿਹੜਾ ਜੇ ਆਪਾਂ ਕੈਨੇਡਾ ਦੇ ਵਿੱਚ BC ਦੇ ਵਿੱਚ ਗੱਲ ਲਈਏ, ਜਿਹੜੇ ਬਾਹਰਲੇ ਮੁਲਕਾਂ ਤੋਂ ਸਾਡੇ ਆਪਣੇ ਲੋਕ ਵਾਪਸ ਆ ਰਹੇ ਉਹ ਲੋਕ ਨੇ ਜੀ। ਉਹਨਾਂ ਦੀ ਗਿਣਤੀ ਅਸੀਂ 10 ਅਪ੍ਰੈਲ ਨੂੰ ਪਾਲਿਸੀ ਲਾਗੂ ਕੀਤੀ ਸੀ। 10 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਜੀ 40,000 ਦੇ ਕਰੀਬ ਉਹ ਲੋਕ ਆ ਚੁੱਕੇ ਆ। ਉਹਨਾਂ ਦੇ ਵਿੱਚੋਂ ਰਫਲੀ ਜਿਹੜੇ ਹੈਗੇ ਨੇ ਜੀ ਆਲਮੋਸਟ ਜਿਹੜੇ ਕਹ ਲਈਏ 40% ਦੇ ਕਰੀਬ ਜਿਹੜੇ ਲੋਕ ਆ ਰਹੇ ਉਹ ਬਾਈ 에ਅਰ ਆ ਰਹੇ ਆ ਤੇ ਉਹ ਵੈਨਕੂਵਰ 에ਅਰਪੋਰਟ ਦੇ ਉੱਤੇ ਲੈਂਡ ਕਰ ਰਹੇ, ਕਿਉਂਕਿ BC ਦੇ ਵਿੱਚ ਇਸ ਵੇਲੇ ਅਸੀਂ ਫੈਡਰਲ ਸਰਕਾਰ ਨਾਲ ਗੱਲ ਕਰਕੇ ਇੱਕ ਹੀ 에ਅਰਪੋਰਟ ਦੇ ਉੱਤੇ ਜਿਹੜਾ ਇੰਟਰਨੈਸ਼ਨਲ ਫਲਾਈਟਸ ਉਤਰ ਸਕਦੀਆਂ ਉਹ YVR ਹੈਗਾ, ਤਾਂ ਕਿ ਅਸੀਂ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਉਸ ਤਰੀਕੇ ਨਾਲ ਮੈਨੇਜ ਕਰ ਸਕੀਏ। ਬਾਕੀ ਦੇ ਜਿਹੜੇ ਲੋਕ ਆ ਰਹੇ ਨੇ ਕੋਈ ਜਿਹੜੇ ਆਲਮੋਸਟ 60% ਦੇ ਕਰੀਬ ਉਹ ਬਾਰਡਰ ਕ੍ਰਾਸ ਕਰਕੇ ਆ ਰਹੇ ਨੇ, ਅਮਰੀਕਾ ਦੇ ਸਾਈਡ ਦੇ ਤੋਂ ਉਧਰੋਂ ਆ ਰਹੇ ਆ। ਉਹ ਸਾਰੇ ਲੋਕਾਂ ਨੂੰ ਜਿਹੜੀ ਹੈ ਜੀ ਸੈਲਫ ਆਈਸੋਲੇਸ਼ਨ ਪਲਾਨ ਦੇਣੀ ਪੈਂਦੀ ਹੈ 에ਅਰਪੋਰਟ ਦੇ ਉੱਤੇ। ਜੇ ਉਹਨਾਂ ਕੋਲ ਜਗ੍ਹਾ ਨਾ ਹੋਵੇ ਤਾਂ ਅਸੀਂ ਜਗ੍ਹਾ ਵੀ ਲਈਏ, ਉੱਥੇ ਲਿਜਾਇਆ ਜਾਂਦਾ ਉਹਨਾਂ ਨੂੰ ਸੈਲਫ ਆਈਸੋਲੇਟ ਕਰਨ ਵਾਸਤੇ। ਪਰ 99% ਲੋਕਾਂ ਕੋਲ ਆਪਣੀ ਜਗ੍ਹਾ ਹੁੰਦੀ ਹੈ। ਉਹ ਪਲਾਨ ਦੇ ਕੇ ਪਲਾਨ ਦੇ ਮੁਤਾਬਕ ਜੇ ਤਸੱਲੀ ਬਖਸ਼ ਹੋਵੇ ਤਾਂ ਉਹ ਘਰੇ ਜਾ ਸਕਦੇ ਆ। ਘਰੇ ਜਾਣ ਤੋਂ ਬਾਅਦ ਜੀ ਉਹਨਾਂ ਨੂੰ ਜਿਹੜੇ ਸਾਡੇ BC ਦੇ ਅਧਿਕਾਰੀ ਨੇ ਲਗਾਤਾਰ ਉਹਨਾਂ ਦੇ ਨਾਲ ਕੰਟੈਕਟ ਦੇ ਵਿੱਚ ਨੇ, ਫੋਨ ਰਾਹੀਂ, ਟੈਕਸਟ ਰਾਹੀਂ। ਜੇ ਖੁਦਾ ਨਾ ਖਾਸਤਾ ਕੋਈ ਜਵਾਬ ਨਾ ਦੇਵੇ ਤਾਂ ਉਹਨੂੰ ਫਿਰ ਪੁਲਿਸ ਜਾ ਕੇ ਸੰਪਰਕ ਕਰਦੀ ਹੈ। ਉਹ ਬਹੁਤ ਵਧੀਆ ਤਰੀਕੇ ਨਾਲ ਮੋਨੀਟਰ ਕੀਤਾ ਜਾ ਰਿਹਾ ਜੀ, ਔਰ ਬੜੀ ਵੱਡੀ ਗਿਣਤੀ ਲੋਕ ਵਾਪਸ ਆ ਰਹੇ ਆ, 40,000 ਦੇ ਕਰੀਬ। ਔਰ BC ਇੱਕੋ ਇੱਕ ਸੂਬਾ ਜਿਹਨੇ ਇਸ ਜਿਹੜੀ ਬਰੀਕੀ ਦੇ ਵਿੱਚ ਜਿਹੜੀ ਹੈ ਇਹ ਮੋਨੀਟਰ ਕਰਨ ਦੀ ਜਿਹੜੀ ਪਲਾਨ ਉਹ ਲਾਗੂ ਕੀਤੀ ਹੋਈ ਹੈ। ਬਾਕੀ ਸੂਬਿਆਂ ਦੇ ਵਿੱਚ ਹਾਲੇ ਇਸ ਤਰੀਕੇ ਨਾਲ ਇਹ ਪਲਾਨ ਉਹ ਨਹੀਂ ਲਾਗੂ। ਬਿਲਕੁਲ, ਬਹੁਤ ਵਧੀਆ ਅਸੀਂ BC ਦੇ ਵਿੱਚ ਕਰ ਰਹੇ ਹਾਂ। ਉਮੀਦ ਕਰਦੇ ਹਾਂ ਕਿ ਸਾਰੇ ਅਸੀਂ ਗਾਈਡਲਾਈਨਸ ਨੂੰ ਫੋਲੋ ਕਰਦੇ ਰਵਾਂਗੇ, ਸਰਕਾਰ ਵੀ ਇਸ ਤਰ੍ਹਾਂ ਹੀ ਸਾਥ ਦਿੰਦੀ ਰਹੇਗੀ ਤੇ ਸ਼ਾਇਦ ਸੈਕਿੰਡ ਵੇਵ ਅਸੀਂ ਬਹੁਤ ਛੋਟੀ ਦੇਖੀਏ ਜੇ ਆ ਵੀ ਰਹੀ ਹੈ ਵਿੰਟਰ ਦੇ ਵਿੱਚ। ਜੇ ਕਹਿ ਰਹੇ ਆ ਕਿ ਸਰਦੀਆਂ ਦੇ ਵਿੱਚ ਇਹ ਵੇਵ ਜ਼ਰੂਰ ਆਵੇਗੀ। ਹਰੇਕ ਕਿਸੇ ਵੀ ਵਾਇਰਸ ਦਾ ਜੇ ਕੋਈ ਵਾਇਰਸ ਆਉਂਦਾ ਹੈਗਾ, ਆਊਟਬ੍ਰੇਕ ਹੁੰਦੀ ਹੈ ਤਾਂ ਉਦੋਂ ਇਹਦੀ ਦੂਜੀ ਵੇਵ ਆਉਂਦੀ ਹੈ ਤੇ ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰ ਸਕਦੇ ਹਾਂ ਕਿ ਨਾ ਆਵੇ। ਸੋ ਤੁਹਾਡਾ ਇੱਕ ਵਾਰ ਫਿਰ ਤੋਂ ਧੰਨਵਾਦ ਕਿ ਤੁਸੀਂ ਹਮੇਸ਼ਾ ਸਾਨੂੰ ਟਾਈਮ ਕੱਢਦੇ ਹੋ ਤੇ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਕਿ ਵੀਕ ਦੇ ਵਿੱਚ ਕੀ ਅਪਡੇਟਸ ਆਈਆਂ ਨੇ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਕਹਿੰਦੇ ਆ ਥੈਂਕ ਯੂ ਤੇ ਉਮੀਦ ਕਰਦੇ ਆ ਕਿ ਨੈਕਸਟ ਵੀਕ ਤੁਸੀਂ ਸਾਨੂੰ ਅਪਡੇਟ ਫੇਰ ਦਿਓਗੇ ਕਿ ਕੀ ਕੁਝ ਹੋ ਰਿਹਾ BC ਦੇ ਵਿੱਚ। ਅਰਸ਼ੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਇੱਕ ਗੱਲ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਵੀ ਬਹੁਤ ਸਾਰੇ ਲੋਕਾਂ ਨੇ ਕੋਵਿਡ ਨੂੰ ਰੋਕਣ ਵਾਸਤੇ ਜਾਂ ਉਹਦੀ ਕਰਵ ਨੂੰ ਫਲੈਟ ਕਰਨ ਵਾਸਤੇ ਜਾਂ ਥੱਲੇ ਲਿਆਉਣ ਵਾਸਤੇ ਹਿੱਸਾ ਪਾਇਆ, ਪਰ ਉਹਦੇ ਵਿੱਚ ਜਿਹੜਾ TV ਦਾ ਤੁਹਾਡੇ ਦਾ ਰੋਲ ਰਿਹਾ ਜੀ ਉਹ ਬਹੁਤ ਮਹੱਤਵਪੂਰਨ। ਬਹੁਤ ਤੁਸੀਂ ਜ਼ਿੰਮੇਵਾਰੀ ਦੇ ਨਾਲ ਜਿਹੜਾ ਹੈਗਾ ਇਸ ਨੂੰ ਜੋ ਪੋਜ਼ਿਟਿਵ ਮੈਸੇਜ ਸੀ, ਜੋ ਮੈਸੇਜ ਲੋਕਾਂ ਤੱਕ ਪਹੁੰਚਾਉਣਾ ਬਣਦੀ ਸੀ ਇਨਫੋਰਮੇਸ਼ਨ, ਉਸ ਨੂੰ ਬਜਾਏ ਕਿ ਕੋਈ ਕੰਪਰੋਮਾਈਜ਼ ਕਰਨ ਦੇ ਤੁਸੀਂ ਹੂਬ ਦੀ ਹੂਬ ਜਿਹੜੀ ਆਬਜੈਕਟਿਵ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਈ ਹੈ। ਮੈਂ ਤੁਹਾਡੇ TV ਦਾ, ਤੁਹਾਡੀ ਸਾਰੀ ਜਿਹੜੀ ਟੀਮ ਦਾ ਬਹੁਤ ਧੰਨਵਾਦ ਕਰਦਾ ਕਿ ਇਹ ਬਹੁਤ ਇੱਕ ਜ਼ਿੰਮੇਵਾਰੀ ਵਾਲਾ ਕੰਮ ਹੈ, ਕਿਉਂਕਿ ਪਬਲਿਕ ਸੇਫਟੀ ਦਾ ਕੰਮ ਹੈ ਤੇ ਉਹਦੇ ਨਾਲ ਲੋਕ ਜਾਗਰੂਕ ਵੀ ਹੋਏ। ਜਾਗਰੂਕ ਹੋ ਕੇ ਲੋਕਾਂ ਨੇ ਆਪਣੇ ਸਾਹਮਣੇ ਰਿਜ਼ਲਟ ਵੀ ਪੇਸ਼ ਕੀਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। Thank you once again.
ਮਿਹਰਬਾਨੀ। ਸੋ ਅੱਜ ਗੱਲਬਾਤ ਹੋਈ ਐਮਐਲਏ ਜਗਰੂਪ ਬਰਾੜ ਦੇ ਨਾਲ, ਜਿਹੜੇ ਹਰੇਕ ਹਫਤੇ ਦੀ ਤਰ੍ਹਾਂ ਇਸ ਵਾਰ ਵੀ ਸਾਨੂੰ ਦੱਸ ਰਹੇ ਨੇ ਕਿ ਕੀ ਕੁਝ ਹੋ ਰਿਹਾ BC ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ। ਇਸ ਬਾਰੇ ਜਾਣਕਾਰੀ ਵੀ ਇਹਨਾਂ ਤੋਂ ਆਉਂਦੇ ਹਫਤਿਆਂ ਦੇ ਵਿੱਚ ਲੈਂਦੇ ਰਵਾਂਗੇ। ਪਰ ਤੁਸੀਂ ਆਪਣਾ ਰੱਖੋ ਖਿਆਲ, ਜੇ ਜ਼ਿਆਦਾ ਜ਼ਰੂਰਤ ਨਹੀਂ ਘਰੋਂ ਬਾਹਰ ਨਿਕਲਣ ਦੀ ਤਾਂ ਘਰੋਂ ਬਾਹਰ ਨਾ ਜਾਓ। ਸੇਫ ਰਹੋ, ਸੁਰੱਖਿਅਤ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਬਣਾਓ। ਦੇਖਦੇ ਰਹੋ FYI ਮੀਡੀਆ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।